ਬਹੁਤ ਸਵਾਗਤ ਹੈ ਤੁਹਾਡਾ। ਇਹ ਹੈ ਦਾ ਨਵਜੋਤ ਢਿੱਲੋਂਵਾਲ ਤੇ ਮੈਂ ਹਾਂ ਨਵਜੋਤ ਢਿੱਲੋਂ। ਅੱਜ ਇੱਕ ਨਵਾਂ ਸਿਲਸਿਲਾ ਇਸ ਪਲੇਟਫਾਰਮ ਤੋਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਇੱਕ ਬਹੁਤ ਸਾਲ ਪਹਿਲਾਂ ਮੈਂ ਕਹਾਵਤ ਪੜ੍ਹੀ ਸੀ, ਜਰਮਨ ਕਹਾਵਤ ਸੀ, ਜਿਹਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇ ਸਾਡੀ ਜ਼ੁਬਾਨ ਚੰਗੀ ਹੈ ਜਾਂ ਅਸੀਂ ਇਮਾਨਦਾਰ ਲੋਕ ਹਾਂ, ਅਸੀਂ ਮਿਹਨਤੀ ਲੋਕ ਹਾਂ ਅਤੇ ਅਸੀਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਵਸ ਜਾਈਏ ਤਾਂ ਖੁਸ਼ਹਾਲੀ ਆ ਸਕਦੀ ਹੈ। ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਪੰਜਾਬੀਆਂ ਦੀ ਗੱਲ ਕਰਦੇ ਹਾਂ, ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਪੰਜਾਬੀ ਨੇ ਜਿਨ੍ਹਾਂ ਨੇ ਦੂਸਰੇ ਮੁਲਕਾਂ ਨੂੰ ਆਪਣਾ ਬਣਾਇਆ ਹੈ, ਅਪਣਾਇਆ ਹੈ, ਪਰ ਨਾਲ ਨਾਲ ਅਸਲ 'ਚ ਇਹ ਚੀਜ਼ ਵੀ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇਸ਼ਾਂ ਨੇ ਵੀ ਸਾਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਉਹਨਾਂ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਵੀ ਆਪਣੇ ਕਲਾਵੇ 'ਚ ਲਿਆ। ਅਤੇ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਨੇ, ਮੈਂ ਕੋਸ਼ਿਸ਼ ਕਰਾਂਗੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਦੀ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਐਸਾ ਨਾਮ ਮੇਰੀ ਜ਼ੁਬਾਨ 'ਤੇ ਆ ਰਿਹਾ ਹੈ। ਮੇਰੇ ਨਾਲ ਸਟੂਡੀਓ 'ਚ ਵੀ ਉਹ ਸ਼ਾਮਿਲ ਨੇ। ਉਹ ਬੇਸ਼ੱਕ ਇੱਕ ਰਾਜਨੀਤਿਕ ਹਸਤੀ ਹੈ, ਪਰ ਇਸ ਪਲੇਟਫਾਰਮ 'ਤੇ ਰਾਜਨੀਤਿਕ ਗੱਲਾਂ ਮੈਂ ਬਿਲਕੁਲ ਨਹੀਂ ਕਰਨੀਆਂ, ਪਰ ਉਹ ਗੱਲਾਂ ਜਿਨ੍ਹਾਂ ਗੱਲਾਂ ਦੇ ਨਾਲ ਅਸੀਂ ਇੱਕ ਦੂਸਰੇ ਦੇ ਹੋਰ ਨੇੜੇ ਹੁੰਦੇ ਹਾਂ ਅਤੇ ਨਾਲ ਨਾਲ ਇੱਕ ਦੂਸਰੇ ਤੋਂ ਕੁਝ ਸਿੱਖਦੇ ਹਾਂ, ਕੁਝ ਪ੍ਰੇਰਨਾ ਲੈਂਦੇ ਹਾਂ, ਉਹ ਗੱਲਾਂ ਹੋਣਗੀਆਂ। ਮੇਰੀ ਇਸ ਵੇਲੇ ਕੋਸ਼ਿਸ਼ ਹੈ ਕਿ ਅੱਜ ਇਸ ਟਾਈਮ ਦੇ ਦੌਰਾਨ ਕੁਝ ਉਹ ਗੱਲਾਂ, ਉਹ ਖਿਆਲ ਅਤੇ ਉਹ ਸਵਾਲ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਜਿਨ੍ਹਾਂ ਤੋਂ ਆਪਾਂ ਕੁਝ ਸਿੱਖ ਸਕੀਏ, ਕੁਝ ਪ੍ਰੇਰਨਾ ਲੈ ਸਕੀਏ। ਅੱਜ ਮੇਰੇ ਨਾਲ ਇਸ ਸਟੂਡੀਓ ਦੇ ਵਿੱਚ, ਇਸ ਪਲੇਟਫਾਰਮ 'ਤੇ ਸਰੀ ਗ੍ਰੀਨ ਟਿੰਬਰ ਏਰੀਆ ਤੋਂ MLA ਰਚਨਾ ਸਿੰਘ ਸ਼ਾਮਿਲ ਹੋ ਰਹੇ ਨੇ। ਰਚਨਾ ਜੀ, ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਨਵਜੋਤ। ਇਟ ਇਜ਼ ਸੱਚ ਅ ਪਲੇਜ਼ਰ ਟੂ ਬੀ your first guest on this show. It is my honor. ਰਚਨਾ ਜੀ, ਗੱਲ ਪਤਾ ਕੀ ਹੈ ਕਿ ਜਦੋਂ ਮੈਂ ਇਸ ਵਾਲ ਨੂੰ ਕ੍ਰੀਏਟ ਕੀਤਾ, ਤੁਸੀਂ ਦੇਖ ਰਹੇ ਹੋ ਇੱਥੇ ਬੈਠੇ, ਉਸ ਵੇਲੇ ਮੇਰੇ ਮਨ ਦੇ ਵਿੱਚ ਇਹੀ ਖਿਆਲ ਸੀ, ਮੈਂ ਬਾਰ-ਬਾਰ ਸੁਣਨ ਵਾਲਿਆਂ ਨਾਲ ਵੀ ਸਾਂਝੇ ਕਰਦੀ ਰਹੀ ਹਾਂ ਇਹ ਗੱਲ, ਕਿ ਅਸੀਂ ਮੋਸਟ ਆਫ ਦਾ ਟਾਈਮ ਜ਼ਿਆਦਾਤਰ ਜਿਹੜੀਆਂ ਸਾਡੀਆਂ ਗੱਲਾਂ ਹੁੰਦੀਆਂ ਨੇ ਉਹ ਜਾਂ ਸਾਡੇ ਖਿਆਲ ਹੁੰਦੇ ਨੇ ਜਿਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ, ਜਾਂ ਸਾਡੇ ਮਨ ਦੇ ਵਿੱਚ ਉੱਠਦੇ ਸਵਾਲ ਨੇ, ਅਤੇ ਉਹੀ ਸਾਡੇ ਸਾਰੀਆਂ ਚੀਜ਼ਾਂ ਦਾ ਜਵਾਬ ਵੀ ਹੁੰਦੀਆਂ ਨੇ। ਬਿਲਕੁਲ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਸਭ ਤੋਂ ਪਹਿਲਾਂ ਸਵਾਲ ਹੀ ਇਹ ਕਰਾਂਗੀ ਕਿ ਇਹ ਜਿਹੜਾ ਵਾਲ ਦਾ ਕਨਸੈਪਟ ਹੈ ਤੁਹਾਨੂੰ ਕਿਵੇਂ ਲੱਗ ਰਿਹਾ? ਜੀ ਬਿਲਕੁਲ ਹੀ ਬਹੁਤ ਸਿੰਬੋਲਿਕ, ਔਰ ਤੁਸੀਂ ਬਹੁਤ ਹੀ ਅੱਛਾ ਸਰਨਾਮਾ ਰੱਖਿਆ ਆਪਣੇ ਸ਼ੋਅ ਲਈ। ਤਾਂ ਬਿਲਕੁਲ ਡਿਫਰੈਂਟ ਹੈਗਾ, ਰਾਦਰ ਦੈਨ ਜਸਟ ਸੇਇੰਗ very easy name like ਨਵਜੋਤ ਢਿੱਲੋਂ show. You have said talked about deeper issues, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਕਈ ਐਵੇਂ ਦੇ ਐਕਸਪੀਰੀਅੰਸਿਸ ਹੈਗੇ ਜਿਹੜੇ ਅਸੀਂ ਸ਼ੇਅਰ ਕਰਨਾ ਚਾਹਾਂਗੇ, ਕਈ ਹੈ ਜਿਹੜੇ ਅਸੀਂ ਦਬਾ ਕੇ ਰੱਖਦੇ ਹਾਂ, ਕਈ ਹੈ ਜਿਹੜੇ ਅਸੀਂ ਆਪਣੇ ਆਪ ਨੂੰ ਵੀ ਨਹੀਂ ਦੱਸਦੇ। ਵੀ ਡੋਂਟ ਟਰਾਈ ਟੂ ਬ੍ਰਿੰਗ ਇਟ। ਮੈਂ ਸਾਈਕੋਲੋਜੀ ਦੀ ਸਟੂਡੈਂਟ ਰਹੀ ਹਾਂ, ਅਤੇ ਬਹੁਤ ਜ਼ਿਆਦਾ ਅਸੀਂ ਜਿਵੇਂ ਕੌਨਸ਼ੀਅਸ ਅਨਕੌਨਸ਼ੀਅਸ ਦੀ ਗੱਲ ਕਰਦੇ ਹਾਂ, ਈਗੋ ਦੀ ਸਾਰੀ ਕੁਛ, ਅਤੇ ਤੁਸੀਂ ਉਹ ਵਾਲਾ ਮੇਰੇ ਬਹੁਤ ਜ਼ਿਆਦਾ ਉਹ ਜਿਹੜਾ ਫਲਸਫਾ ਹੈ ਤੁਹਾਡੇ ਇਸ ਸ਼ੋਅ ਦੇ ਜਿਹੜੇ ਸਰਨਾਮੇ ਵਜੋਂ ਉੱਭਰ ਕੇ ਆ ਰਿਹਾ ਹੈ। ਐਂਡ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ, ਸਪੈਸ਼ਲੀ ਇਨ ਅ ਵੂਮਨਸ ਲਾਈਫ। ਉਹ ਕਿੰਨੇ ਤਰ੍ਹਾਂ ਦੇ ਰੋਲ ਨਿਭਾ ਰਹੀ ਹੈਗੀ ਹੈ, ਅਤੇ ਕਿੰਨੀਆਂ ਚੀਜ਼ਾਂ ਉਹ ਲੋਕਾਂ ਨੂੰ ਦਿਖਾਉਂਦੀ ਹੈ, ਕਿੰਨੀਆਂ ਚੀਜ਼ਾਂ ਉਹ ਆਪਣੇ ਤੱਕ ਰੱਖਦੀ ਹੈ, ਔਰ ਕਿੰਨੀ ਚੀਜ਼ਾਂ ਉਹ ਲੋਕ ਪ੍ਰੋਟੈਕਟ ਕਰਦੀ ਹੈ ਆਪਣੇ ਆਪ ਨੂੰ ਅਤੇ ਆਪਣੀ ਫੈਮਿਲੀ ਨੂੰ, ਕਿ ਲੋਕਾਂ ਦੀ ਉਹ ਦੀਵਾਰਾਂ ਦੇ ਰਾਹੀਂ ਲੋਕਾਂ ਦੀ ਨਜ਼ਰ ਨਾ ਪਵੇ। ਸੋ ਆਈ ਥਿੰਕ ਇਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ ਦੈਟ ਕਈ ਵਾਰ ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਸੋਚਦੇ ਵੀ ਨਹੀਂ ਗਏ, ਪਰ ਜਿਹੜੇ ਤੁਸੀਂ ਡੂੰਘਾਈ ਦੇ ਇਸ਼ੂ ਲੈ ਕੇ ਆਏ ਹੋ, ਆਈ ਥਿੰਕ ਦੈਟਸ ਵੈਰੀ ਵੈਲ ਡਨ। ਰਚਨਾ ਜੀ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੇਖੋ, ਇੱਥੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ ਲੋਕ ਤੁਹਾਨੂੰ ਜਾਣਦੇ ਨੇ, ਤੁਸੀਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ, ਪਰ ਹੁਣ ਇਹ ਜਿਹੜਾ YouTube ਦਾ ਪਲੇਟਫਾਰਮ ਹੈ, ਦੁਨੀਆ ਭਰ ਵਿੱਚ ਜਿੱਥੇ ਵੀ ਲੋਕ ਬੈਠੇ ਇਸ ਵੇਲੇ ਸਾਡੀਆਂ ਗੱਲਾਂ ਬਾਤਾਂ ਸੁਣ ਰਹੇ ਹੈਗੇ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਰਚਨਾ ਸਿੰਘ ਨੇ ਵੀ ਆਪਣਾ ਇੱਕ ਖਾਸ ਮੁਕਾਮ ਹਾਸਲ ਕੀਤਾ। ਬਹੁਤ ਲੰਬਾ ਸਮਾਂ ਨਹੀਂ ਹੋਇਆ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਆਇਆ, ਪਰ ਅੱਜ ਇਹ ਜਿਹੜੀ ਇਹਨਾਂ ਦੀ ਜਰਨੀ ਹੈ ਉਸੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਰਚਨਾ ਜੀ, ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਤੁਹਾਡੀ ਫੈਮਿਲੀ ਬੈਕਗਰਾਊਂਡ ਤੋਂ, ਅਤੇ ਇੱਥੇ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਫੈਮਿਲੀ ਦੀ ਕੀ ਕੰਟਰੀਬਿਊਸ਼ਨ ਹੈ, ਅਤੇ ਫੈਮਿਲੀ ਬੈਕਗਰਾਊਂਡ ਇੰਡੀਆ ਤੋਂ ਵੀ ਅਤੇ ਥੋੜ੍ਹਾ ਇੱਥੇ ਬਾਰੇ ਵੀ। ਬਿਲਕੁਲ ਜੀ, ਮੈਂ ਬਹੁਤ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਦੀ ਹਾਂ ਕਿ ਜਿਵੇਂ ਦੇ ਪਿਛੋਕੜ ਤੋਂ ਮੈਂ ਆਈ ਹਾਂ। ਜਿਹੜਾ ਮੈਨੂੰ ਬਚਪਨ 'ਚ ਜਿਹੜਾ ਮਾਹੌਲ ਮਿਲਿਆ ਮੇਰੇ ਪੇਰੈਂਟਸ ਵੱਲੋਂ, ਮੇਰੇ ਨਾਨਾ ਜੀ ਵੱਲੋਂ, ਮੈਂ ਬਹੁਤ ਜੋ ਵੀ ਅੱਜ ਮੈਂ ਹੈਗੀ ਹਾਂ, ਜੋ ਵੀ ਜਿਹੜੀ ਮੇਰੀ ਪਰਸਨੈਲਿਟੀ ਬਣੀ ਹੈਗੀ ਇੰਨੇ ਸਾਲਾਂ ਵਿੱਚ, ਆਈ ਓ ਅ ਲੋਟ
ਟੂ ਦਾ ਵੈਲਿਊ ਸਿਸਟਮ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ। ਤੁਸੀਂ ਜਾਣਦੇ ਹੋ ਮੇਰੇ ਪਿਤਾ ਜੀ ਪ੍ਰੋਫੈਸਰ ਸੀਗੇ ਚੰਡੀਗੜ੍ਹ ਵਿੱਚ, ਤੇ ਬਹੁਤ ਹੀ ਜ਼ਿਆਦਾ ਪੋਲੀਟੀਕਲ ਫੈਮਿਲੀ ਚੋਂ ਮੈਂ ਆਉਂਦੀ ਸੀਗੀ। ਪੋਲੀਟੀਕਲ ਵੈਨ ਆਈ ਸੇ ਪੋਲੀਟੀਕਲ, ਕੋਈ ਪੋਲੀਟਿਕਸ ਵਿੱਚ ਕੋਈ ਇਲੈਕਟਿਡ ਨਹੀਂ ਸੀਗਾ, ਪਰ ਪੋਲੀਟਿਕਸ ਜਿਵੇਂ ਘਰ ਦੇ ਮਾਹੌਲ ਵਿੱਚ ਜਿਵੇਂ ਰਚੀ ਹੋਈ ਸੀਗੀ, ਔਰ ਲੈਫਟ ਵਿੰਗ ਪੋਲੀਟਿਕਸ ਜਿਹਨੂੰ ਅਸੀਂ ਕਹਾਂਗੇ, ਬਹੁਤ ਹੀ ਪ੍ਰੋਗਰੈਸਿਵ ਪੋਲੀਟਿਕਸ। ਮੇਰੇ ਨਾਨਾ ਜੀ ਉਸ ਟਾਈਮ 'ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਹੋਲ ਟਾਈਮਰ ਸੀਗੇ। ਮੇਰੇ ਪਿਤਾ ਜੀ ਦਾ ਬਹੁਤ ਜ਼ਿਆਦਾ ਝੁਕਾਅ ਸੀਗਾ ਲੈਫਟ ਪਾਰਟੀਜ਼ ਦੇ ਨਾਲ। ਤੇ ਇਹ ਡਿਸਕਸ਼ਨ ਮੈਂ ਦੇਖਿਆ ਜਦੋਂ ਤੋਂ ਮੈਂ ਹੋਸ਼ ਸੰਭਾਲੀ, ਤੇ ਪੋਲੀਟਿਕਸ ਜਿਵੇਂ ਡਾਈਨਿੰਗ ਟੇਬਲ 'ਤੇ ਚਲਦੀ ਸੀਗੀ, ਅਤੇ ਜਿਵੇਂ ਤੁਹਾਨੂੰ ਕਹਿੰਦੇ ਗੁੜਤੀ 'ਚ ਜੇ ਤੁਹਾਨੂੰ ਕੁਝ ਮਿਲਦਾ ਹੈ, ਉਹ ਆਈ ਥਿੰਕ ਆਈ ਗॉट ਪੋਲੀਟਿਕਸ। ਐਂਡ ਪੋਲੀਟਿਕਸ ਨੂੰ ਮੈਂ ਕਦੀ ਫਾਰਮਲੀ ਨਹੀਂ ਪੜ੍ਹਿਆ, ਔਰ ਮੈਨੂੰ ਰਿਗਰੈਟ ਹੈ ਕਿ ਮੈਂ ਕਦੀ ਪੋਲੀਟੀਕਲ ਸਾਇੰਸ ਫਾਰਮਲੀ ਨਹੀਂ ਪੜ੍ਹੀ। ਮੈਂ ਸਾਈਕੋਲੋਜੀ ਨੂੰ ਆਪਣਾ ਸਬਜੈਕਟ ਲਿਆ, ਉਹਦੇ ਵਿੱਚ ਮੈਂ ਮਾਸਟਰਸ ਕੀਤੀ। ਪਰ ਜਿਹੜੀ ਉਹਨਾਂ ਨੇ ਵੈਲਿਊ ਸਿਸਟਮ ਦਿੱਤਾ, ਉਹ ਵੈਲਿਊ ਸਿਸਟਮ ਲੈ ਕੇ ਹੀ ਮੈਂ ਕੈਨੇਡਾ ਆਈ। ਤੇ ਮੈਨੂੰ ਪਤਾ ਸੀਗਾ, ਮਤਲਬ ਫਰਮ ਵੈਰੀ ਅਰਲੀ ਔਨ ਮੈਨੂੰ ਇਸ ਚੀਜ਼ ਬਾਰੇ ਜ਼ਰੂਰ ਪਤਾ ਸੀਗਾ ਕਿ ਜਦ ਪੋਲੀਟਿਕਸ ਦੀ ਜਦ ਅਸੀਂ ਗੱਲ ਕਰਦੇ ਹਾਂ, ਵਟ ਇਜ਼ ਲੈਫਟ, ਵਟ ਇਜ਼ ਰਾਈਟ ਐਂਡ ਵਟ ਇਜ਼ ਸੈਂਟਰ। ਤੇ ਮੈਨੂੰ ਆਪ ਨੂੰ ਪਤਾ ਸੀ ਕਿ ਜੇ ਮੈਂ ਕਿਸੇ ਵੱਲ ਪੋਲੀਟਿਕਸ ਵੱਲ ਜਾਣਾ ਚਾਹੂੰਗੀ ਤਾਂ ਉਹ ਕਿਵੇਂ ਦੀ ਹੋਏਗੀ। ਫਿਰ ਮੇਰੇ ਜਿਹੜੇ ਸਾਥੀ ਹੈ, ਮੇਰੇ ਪਤੀ, ਮੈਂ ਕਹੂੰਗੀ ਕਿ ਉਹਨਾਂ ਨੂੰ ਵੀ ਜਦ ਕੋਈ ਇੱਕ ਔਰਤ ਪੋਲੀਟਿਕਸ ਵਿੱਚ ਆਉਂਦੀ ਹੈ ਜਾਂ ਕੋਈ ਵੀ ਮੁਕਾਮ ਤੇ ਜਾਣਾ ਚਾਹ ਰਹੀ ਹੈ, ਪੋਲੀਟਿਕਸ ਮੈਂ ਸਿਰਫ ਐਗਜ਼ਾਮਪਲ ਦੇ ਰਹੀ ਹਾਂ ਕਿਉਂਕਿ ਮੈਂ ਖੁਦ ਹੈਗੀ ਹਾਂ, ਜਦ ਵੀ ਕੋਈ ਔਰਤ ਕੁਝ ਅਚੀਵ ਕਰਨਾ ਚਾਹੁੰਦੀ ਹੈ, ਉਹਦੇ ਪਿੱਛੇ ਇੱਕ ਫੈਮਿਲੀ ਦਾ ਬਹੁਤ ਵੱਡਾ ਰੋਲ ਰਹਿੰਦਾ। ਜਦ ਲੋਕਾਂ ਬਾਰੇ ਮੈਂ ਇੱਕ ਕਹਾਵਤ ਆਮ ਕਹਿੰਦੀ ਹਾਂ ਲੋਕਾਂ ਨੂੰ, ਕਿ ਲੋਕ ਕਹਿੰਦੇ ਕਿ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ। ਬਿਲਕੁਲ। ਐਂਡ ਆਈ ਵੁੱਡ ਸੇ ਬਿਹਾਈਂਡ ਐਵਰੀ ਸਕਸੈਸਫੁਲ ਵੂਮਨ ਦੇਰ ਇਜ਼ ਅ ਕਲੈਨ, ਕਿ ਉਹਦੇ ਵਿੱਚ ਕਿੰਨੇ ਲੋਕੀ ਸੈਕਰੀਫਾਈਸਿਸ ਕਰ ਰਹੇ, ਕਿੰਨੇ ਲੋਕੀ ਕੰਟਰੀਬਿਊਟ ਕਰ ਰਹੇ, ਕਿਉਂਕਿ ਔਰਤ ਚਾਹੁੰਦੀ ਹੈ ਹਮੇਸ਼ਾ, ਜਦ ਵੀ ਔਰਤ ਨੇ ਉਹਨੇ ਫੈਮਿਲੀ ਨੂੰ ਫਸਟ ਰੱਖਣਾ ਹੈਗਾ, ਤੇ ਉਹਦੀ ਇੱਛਾ ਇਹ ਰਹੇਗੀ ਕਿ ਜਦੋਂ ਕੋਈ ਵੀ ਮੁਕਾਮ, ਕੋਈ ਵੀ ਜਦ ਅਚੀਵਮੈਂਟ ਕਰੇ, ਉਹਦਾ ਪਰਿਵਾਰ ਉਹਦੇ ਨਾਲ ਹੋਵੇ। ਤੇ ਜੇ ਉਹ ਪਰਿਵਾਰ ਉਹਦਾ ਸਾਥ ਨਹੀਂ ਦੇ ਰਿਹਾ ਹੈਗਾ, ਇਹ ਨਹੀਂ ਮੈਂ ਕਹੂੰਗੀ ਕਿ ਪਰਿਵਾਰ ਦੇ ਸਾਥ ਤੋਂ ਬਿਨਾਂ ਔਰਤਾਂ ਅਚੀਵ ਨਹੀਂ ਕਰਦੀਆਂ, ਪਰ ਪਰਿਵਾਰ ਮੇਕਸ ਇਟ ਮਚ ਮੋਰ ਈਜ਼ੀਅਰ, ਤੇ ਮਚ ਮੋਰ ਉਹਦੇ ਲਈ ਜਿਹੜੀ ਸੁਖਾਲਾ ਬਣਾਉਂਦੇ ਹੈ, ਤੇ ਉਹਦੇ ਲਈ ਜਿਹੜੀ ਅਚੀਵਮੈਂਟ ਦੀ ਖੁਸ਼ੀ ਨੂੰ ਦੁੱਗਣਾ ਕਰਦੇ ਆ ਜੇ ਪਰਿਵਾਰ ਦਾ ਪੂਰਾ ਸਾਥ ਹੁੰਦਾ ਹੈ। ਤੇ ਮੈਂ ਉਹਨਾਂ ਖੁਸ਼ਕਿਸਮਤ ਔਰਤਾਂ ਵਿੱਚੋਂ ਹੈਗੀ ਹਾਂ ਜਿਹੜਾ ਕਿ ਪੇਰੈਂਟਸ ਦਾ ਸਾਥ, ਡੈਫੀਨੇਟਲੀ ਮੇਰੇ ਆਪਣੇ ਪਾਰਟਨਰ ਦਾ ਸਾਥ, ਤੇ ਮੇਰੇ ਬੱਚਿਆਂ ਦਾ ਸਾਥ, ਉਹਨਾਂ ਦੀ ਜਿਹੜੀ ਸੈਕਰੀਫਾਈਸਿਸ ਹੈ, ਕਿਉਂਕਿ ਇਨ ਪੋਲੀਟਿਕਸ ਯੂ ਮੇਕ ਲੋਟ ਆਫ ਸੈਕਰੀਫਾਈਸਿਸ, ਤੇ ਉਹਨਾਂ ਨੇ ਉਹ ਸਾਥ ਦਿੱਤਾ ਵਿਦਆਊਟ ਕੋਈ ਗਿਲਾ, ਕੋਈ ਸ਼ਿਕਵੇ ਤੋਂ ਬਿਨਾਂ। ਤੁਸੀਂ ਗੁਰਪ੍ਰੀਤ ਸਿੰਘ ਉਹਨਾਂ ਦੀ ਗੱਲ ਕੀਤੀ, ਆਪਣੇ ਹਸਬੈਂਡ ਦੀ ਗੱਲ ਕੀਤੀ ਹੈ, ਬੜੇ ਧੜੱਲੇਦਾਰ ਪੱਤਰਕਾਰ, ਉਹਨਾਂ ਦਾ ਇੱਕ ਆਪਣਾ ਮੁਕਾਮ ਹੈ, ਆਪਣਾ ਇੱਕ ਨਾਮ ਹੈਗਾ। ਤੇ ਕੀ ਉਹਨਾਂ ਦੀ ਵੀ ਕੋਈ ਮਤਲਬ ਪੁਸ਼ ਰਹੀ ਆ ਤੁਹਾਡੇ ਲਈ ਜਦੋਂ ਤੁਸੀਂ ਪੋਲੀਟਿਕਸ ਵਿੱਚ ਆਉਣ ਦਾ ਸੋਚਿਆ? ਇੱਕ ਡਿਸੀਜਨ ਕਿਵੇਂ ਬਣਿਆ ਇਹ, ਜਾਂ ਕਹੋ ਕਿ ਤੁਹਾਨੂੰ ਆਫਰ ਆਈ, ਜਾਂ ਤੁਸੀਂ ਆਪਣੇ ਵੱਲੋਂ ਇਨੀਸ਼ੀਏਟਿਵ ਲਿਆ, ਕਿੱਦਾਂ ਇਹ ਗੱਲਬਾਤ ਬਣੀ? ਜੀ ਬਿਲਕੁਲ, ਤੁਸੀਂ ਜਿਹੜਾ ਸਵਾਲ ਕੀਤਾ, ਕਿਉਂਕਿ ਗੁਰਪ੍ਰੀਤ ਬਹੁਤ ਹੀ ਉਹਦਾ ਨਾਮ ਬਹੁਤ ਹੈਗਾ ਕਮਿਊਨਿਟੀ ਦੇ ਵਿੱਚ, ਔਰ ਜਦ ਮੈਂ ਵੈਂਚਰ ਆਊਟ ਕਰ ਰਹੀ ਸੀਗੀ ਇਨ ਦਿਸ ਫੀਲਡ, ਲੋਕੀ, ਤੁਸੀਂ ਜਾਣਦੇ ਹੋ ਨਵਜੋਤ, ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਸੀਗੀ, ਲੋਕੀ ਮੈਨੂੰ ਮੇਰੇ ਨਾਮ ਤੋਂ ਨਹੀਂ ਜਾਣਦੇ ਸੀਗੇ, ਔਰ ਸਮ ਪੀਪਲ ਵੋਂਟ ਇਵਨ ਟੇਕ ਮਾਈ ਨੇਮ, ਦੇ ਵੋਂਟ ਇਵਨ ਸੇ ਰਚਨਾ ਸਿੰਘ ਰਨਿੰਗ ਫॉर ਦਿਸ ਇੱਥੋਂ ਇਸ ਸੀਟ ਤੋਂ ਲੜਨਗੇ। ਗੁਰਪ੍ਰੀਤ ਸਿੰਘ ਦੀ ਵਾਈਫ, ਗੁਰਪ੍ਰੀਤ ਇੱਕ ਨਾਮਵਰ ਪੱਤਰਕਾਰ ਦੀ ਬੀਵੀ, ਤੇ ਜਿਹੜਾ ਕਿ ਇੱਕ ਨਾਮਵਰ ਪੱਤਰਕਾਰ ਤੋਂ ਹੀ ਹੋਈ ਸੀ। ਹਾਂ, ਤੇ ਦੁੱਖ ਲੱਗਦਾ ਸੀਗਾ ਤੁਹਾਨੂੰ, ਕਿਉਂਕਿ ਮੈਂ ਕਦੀ ਵੀ ਪੋਲੀਟੀਕਲ, ਮੈਂ ਹਮੇਸ਼ਾ ਤੋਂ ਸੀਗੀ ਨਵਜੋਤ। ਜਦ ਤੋਂ ਮੈਂ ਕੈਨੇਡਾ ਆਈ, ਮੈਂ ਬਹੁਤ ਜਲਦੀ ਪੋਲੀਟਿਕਸ ਵਿੱਚ ਆਪਣਾ ਇੰਟਰਸਟ ਸ਼ੋ ਕਰਨਾ ਸ਼ੁਰੂ ਕਰਤਾ ਸੀਗਾ, ਪਰ ਬਹੁਤ ਹੀ ਗ੍ਰਾਸ ਰੂਟਸ ਲੈਵਲ ਤੇ, ਕਦੀ ਇਹ ਸੋਚੇ ਬਿਨਾਂ ਕਿ ਅੱਜ ਤੋਂ 10 ਸਾਲ ਬਾਅਦ ਜਾਂ 15 ਸਾਲ ਬਾਅਦ ਮੈਂ ਖੁਦ ਇਲੈਕਸ਼ਨ ਲੜੂੰਗੀ, ਐਵੇਂ ਦਾ ਕਦੀ ਖਿਆਲ ਨਹੀਂ ਸੀਗਾ। ਹਾਲਾਂਕਿ ਬਹੁਤ ਲੋਕੀ ਤੁਹਾਨੂੰ ਇਹ ਮਤਲਬ ਕਿ ਕਿੰਨੇ ਹੀ ਮੌਕੇ ਆਉਂਦੇ ਸੀਗੇ ਜਦੋਂ ਕਹਿੰਦੇ ਸੀਗੇ, ਉਹ ਯੂ ਸ਼ੁੱਡ ਸਟਾਰਟ ਪਲੈਨਿੰਗ, ਯੂ ਸ਼ੁੱਡ ਸਟਾਰਟ ਥਿੰਕਿੰਗ ਅਬਾਊਟ ਇਟ, ਬਿਕੋਜ਼ ਯੂ ਆਰ ਸੱਚ ਅ ਗੁੱਡ ਓਰੇਟਰ, ਜਾਂ ਤੂੰ ਬਹੁਤ ਪੋਲੀਟੀਕਲੀ ਐਕਟਿਵ ਹੈਗੀ ਹੈ, ਜਾਂ ਤੇਰਾ ਜਜ਼ਬਾ ਇੰਨਾ ਹੈਗਾ, ਪੈਸ਼ਨ ਹੈ ਇੰਨਾ। ਤੇ ਕਿਉਂਕਿ ਇੱਕ ਔਰਤ ਨੂੰ, ਲੋਕਾਂ ਨੂੰ ਕਈ ਵਾਰ ਵਹਿਮ ਹੁੰਦਾ ਕਿ ਔਰਤਾਂ ਬਹੁਤ ਜ਼ਿਆਦਾ ਕਿਤੇ ਡਾਈ ਹਾਰਡ ਟਰਾਈ ਕਰ ਰਹੀਆਂ ਹੁੰਦੀਆਂ ਕਿਸੇ ਸੀਟ ਨੂੰ ਹੜੱਪਣ ਦੀ, ਜਾਂ ਉਹਦੇ ਪੋਜੀਸ਼ਨ ਲਈ, ਜਦ ਕਿ ਉਹਦੇ ਬਿਲਕੁਲ ਆਪੋਜ਼ਿਟ ਇਜ਼ ਅ ਫੈਕਟ। ਜਿਹੜੇ ਸਟੈਟਿਸਟਿਕਸ ਸਾਨੂੰ ਸ਼ੋ ਕਰਦੇ ਹੈਗੇ ਕਿ ਇੱਕ ਔਰਤ ਨੂੰ ਸਪੈਸ਼ਲੀ ਇੱਕ ਇਲੈਕਟਿਡ ਆਫਿਸ ਵਿੱਚ ਲੜਨ ਲਈ ਕਹਿਣ ਲਈ, ਜਾਂ ਉਹਨੂੰ ਕਨਵਿੰਸ ਕਰਨ ਲਈ, ਔਨ ਐਨ ਐਵਰੇਜ ਤੁਹਾਨੂੰ 7 ਵਾਰ ਉਸਨੂੰ ਪੁੱਛਣਾ ਪੈਂਦਾ। ਉਹ ਅੱਛਾ, ਔਨ ਐਨ ਐਵਰੇਜ। ਔਰ ਇਹ ਸਿਰਫ, ਐਂਡ ਦਿਸ ਇਜ਼ ਬਿਯੋਂਡ
ਐਂਡ ਆਮ ਟਾਕਿੰਗ ਅਬਾਊਟ ਦ ਜਸਟ ਦੀ ਮੇਨ ਸਟ੍ਰੀਮ ਸੁਸਾਇਟੀ, ਉਹ ਔਰਤਾਂ ਜਿਨ੍ਹਾਂ ਕੋਲ ਬੈਰੀਅਰਸ ਨਹੀਂ ਹੈਗੇ, ਜਿਹੜੀਆਂ ਔਰਤਾਂ ਜਿਵੇਂ ਮੇਨ ਸਟ੍ਰੀਮ ਸੁਸਾਇਟੀ ਦੀਆਂ ਔਰਤਾਂ ਹੈ, ਜਿਹੜੀਆਂ ਗੋਰੀਆਂ ਔਰਤਾਂ ਜਿਨ੍ਹਾਂ ਦੀ ਈਜ਼ੀ ਐਕਸੈਸ ਹੈਗਾ ਇਹਨਾਂ ਚੀਜ਼ਾਂ ਲਈ। ਮੈਂ ਜਿਹੜੀਆਂ ਔਰਤਾਂ ਜਿਹੜੀਆਂ ਮੈਂ ਕਹੂੰਗੀ ਮਾਰਜਨਲਾਈਜ਼ਡ ਹੈ, ਜਿਹੜੇ ਉਹਨਾਂ ਦਾ ਓਪਰੈਸਡ ਕਮਿਊਨਿਟੀਜ਼ ਚੋਂ ਆ ਰਹੀਆਂ, ਉਹਨਾਂ ਲਈ ਤਾਂ ਇਹ ਨੰਬਰ ਮੈਨੂੰ ਨਹੀਂ ਪਤਾ ਕਿੰਨਾ ਹੋਰ ਵੱਡਾ ਹੋਵੇਗਾ। ਤੇ ਜਦ ਮੈਨੂੰ ਪਹਿਲੀ ਵਾਰ ਕੀਤਾ ਗਿਆ, ਮੈਂ ਜਿਵੇਂ ਕਿਹਾ ਕਿ ਮੈਂ ਬਹੁਤ ਪੋਲੀਟੀਕਲ ਸੀਗੀ, ਮੈਂ ਬਹੁਤ ਵੋਲੰਟੀਅਰ ਕਰਦੀ ਸੀਗੀ, ਜਿਵੇਂ ਦੇ ਕੰਮ ਤੋਂ ਮੈਂ ਆ ਰਹੀ ਸੀਗੀ, ਮੈਂ ਯੂਨੀਅਨ 'ਚ ਕੰਮ ਕਰਦੀ ਸੀਗੀ, ਟ੍ਰੇਡ ਯੂਨੀਅਨ ਜਿਹੜੀਆਂ ਆਪ ਬਹੁਤ ਪੋਲੀਟੀਕਲ ਹੈਗੀਆਂ, ਬਹੁਤ ਪੋਲੀਟਿਕਸ 'ਚ ਇੰਟਰਸਟ ਲੈਂਦੀਆਂ। 2017 ਦੀ ਇਲੈਕਸ਼ਨ ਤੋਂ ਪਹਿਲਾਂ ਜਦ ਮੈਨੂੰ ਸਭ ਤੋਂ ਪਹਿਲਾਂ ਅਪਰੋਚ ਕੀਤਾ ਗਿਆ ਪਾਰਟੀ ਵੱਲੋਂ ਕਿ ਮੈਂ ਨਹੀਂ ਗਈ ਉਹਨਾਂ ਕੋਲ, ਉਹਨਾਂ ਨੇ ਮੈਨੂੰ ਅਪਰੋਚ ਕੀਤਾ ਟੂ ਰਨ ਜੀ, ਤੇ ਉਹਨਾਂ ਨੇ ਕੁਝ ਵੀ ਇਹ ਮੈਂਸ਼ਨ ਨਹੀਂ ਕੀਤਾ ਸੀ ਕਿ ਕਿਹੜੀ ਰਾਈਡਿੰਗ ਹੋਏਗੀ। ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਸਰੀ ਦੀ ਕੋਈ ਰਾਈਡਿੰਗ ਹੋਏਗੀ। ਐਂਡ ਪਰ ਜਦ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਜਦ ਮੇਰੀ ਇਨੀਸ਼ੀਅਲ ਮੀਟਿੰਗ ਹੋਈ, ਔਰ ਮੀਟਿੰਗ ਤੋਂ ਪਹਿਲਾਂ ਵੀ ਮੈਨੂੰ ਦੱਸਿਆ ਨਹੀਂ ਗਿਆ ਸੀਗਾ, ਆਈ ਜਸਟ ਥਾਟ ਕਿ ਉਹਨੂੰ ਮੈਨੂੰ ਮੀਟਿੰਗ ਜਦ ਮੈਨੂੰ ਬੁਲਾਇਆ ਗਿਆ, ਮੈਂ ਸੋਚਿਆ ਕਿ ਦੇ ਵਾਂਟ ਮੀ ਟੂ ਟਾਕ ਅਬਾਊਟ ਮਾਈ ਕਿ ਮੈਂ ਵੋਲੰਟੀਅਰ ਕਰਾਂ ਇਨ ਦੀ ਅਪਕਮਿੰਗ ਇਲੈਕਸ਼ਨ। ਤਾਂ ਇਹ ਸਵਾਲ ਮੇਰੇ ਲਈ ਕੀਤਾ ਗਿਆ ਤੇ ਮੇਰਾ ਪਹਿਲਾ ਜਵਾਬ ਸੀਗਾ ਨੋ ਵੇ, ਹਾਊ ਕੈਨ ਯੂ ਥਿੰਕ ਆਫ ਦੈਟ, ਰਾਈਟ। ਤੇ ਉਹ ਬੰਦੇ ਨੇ 2-3 ਵਾਰ ਮੈਨੂੰ ਕਿਹਾ ਨੋ ਰਚਨਾ ਥਿੰਕ ਅਬਾਊਟ ਇਟ, ਹੈ ਨਾ। ਤੇ ਮੈਂ ਉਹਨੂੰ 3-4 ਵਾਰ ਉੱਥੇ ਹੀ ਕਿਹਾ, ਮੈਂ ਕਿਹਾ ਨਹੀਂ ਮੈਂ ਰੈਡੀ ਨਹੀਂ ਹੈਗੀ ਹਾਂ ਅਜੇ। ਐਂਡ ਉਹ ਕਹਿੰਦਾ ਪਰ ਮੈਂ ਤੇਰਾ ਨੋ ਅਜੇ ਜਵਾਬ ਹੁਣੇ ਨਹੀਂ ਲੈਣਾ, ਥਿੰਕ ਅਬਾਊਟ ਇਟ, ਆਈ ਨੋ ਇਟ ਹੈਜ਼ ਕਮ ਐਜ਼ ਅ ਸ਼ੌਕ ਟੂ ਯੂ, ਗੋ ਬੈਕ ਹੋਮ ਆਪਣੀ ਫੈਮਿਲੀ ਨਾਲ ਡਿਸਕਸ ਕਰ। ਐਂਡ ਮੈਂ ਘਰ ਆਈ ਔਰ ਮੈਂ ਬਿਲਕੁਲ ਜਿਵੇਂ ਇਹਨੂੰ ਇੱਕ ਜੋਕ ਵਜੋਂ ਨਹੀਂ ਤੁਸੀਂ ਲੈਂਦੇ, ਉਵੇਂ ਮੈਂ ਲੈ ਰਹੀ ਹਾਂ। ਮੈਂ ਜਿਵੇਂ ਬਿਲਕੁਲ ਕੈਜੂਅਲੀ ਗੱਲ ਕਰ ਰਹੀ ਹਾਂ, ਮੇਰੇ ਪੇਰੈਂਟਸ ਵੀ ਬੈਠੇ ਹੈ, ਮੇਰੇ ਹਸਬੈਂਡ ਵੀ ਬੈਠਾ ਹੈ। ਐਂਡ ਮੈਂ ਬਿਲਕੁਲ ਕੈਜੂਅਲੀ ਕਿਹਾ ਕੈਨ ਯੂ ਬਲੀਵ ਵਟ ਹੈਪਨ ਵਿਦ ਮੀ ਟੂਡੇ, ਰਾਈਟ, ਕਿ ਅੱਜ ਮੇਰੇ ਨਾਲ ਇਹ ਹੋਇਆ। ਜਿਵੇਂ ਤੁਸੀਂ ਇੱਕ ਕਾਫੀ ਪੀ ਰਹੇ ਸੀਗੇ ਤੇ ਮੇਰੇ ਨਾਲ ਕਿਸੇ ਨੇ ਮੈਨੂੰ ਕਿਹਾ ਕਿ ਵੁੱਡ ਯੂ ਰਨ ਫॉर ਐਨ ਇਲੈਕਸ਼ਨ। ਐਂਡ ਤੇ ਮੇਰੇ ਪਿਤਾ ਜੀ ਜਿਹੜੇ ਕਿ ਬਹੁਤ ਪੋਲੀਟੀਕਲ ਆਪ ਹੈਗੇ ਹੈ, ਔਰ ਉਹਨਾਂ ਦੇ ਕਿਤੇ ਨਾ ਕਿਤੇ ਮੇਰੇ ਖਿਆਲ ਐਂਬੀਸ਼ਨਸ ਰਹੀਆਂ ਹੋਣਗੀਆਂ ਮੇਰੇ ਲਈ ਅਨਕੌਂਸ਼ੀਅਸ ਲੈਵਲ ਤੇ ਕਿ ਰਚਨਾ ਸ਼ੁੱਡ ਰਨ, ਜਿਹੜੇ ਉਹਨਾਂ ਨੇ ਕਦੀ ਸਪੈਲ ਆਊਟ ਨਹੀਂ ਕੀਤੀਆਂ ਸੀਗੀਆਂ, ਉਹ ਬਹੁਤ ਸੀਰੀਅਸਲੀ ਮੈਨੂੰ ਸੁਣ ਰਹੇ ਹੈ। ਔਰ ਸੋ ਇਜ਼ ਗੁਰਪ੍ਰੀਤ ਲਿਸਨਿੰਗ ਵੈਰੀ ਵੈਰੀ ਸੀਰੀਅਸਲੀ। ਐਂਡ ਉਹ ਕਹਿੰਦਾ ਐਂਡ ਵਟ ਵਾਸ ਯੋਰ ਆਨਸਰ, ਤੇ ਮੈਂ ਕਿਹਾ ਓਬਵੀਅਸਲੀ ਮੈਂ ਕਿਹਾ ਮੈਂ ਨਹੀਂ ਲੜਨਾ, ਠੀਕ ਹੈ। ਤੇ ਉਹ ਕਹਿੰਦੇ ਮੇਰੇ ਪਾਪਾ ਚੁੱਪ ਸੀਗੇ, ਉਹਨਾਂ ਨੇ ਕੁਝ ਨਹੀਂ ਕਿਹਾ, ਪਰ ਗੁਰਪ੍ਰੀਤ ਸਾਈਡ ਕਹਿੰਦਾ ਕਿਉਂ ਵਾਈ ਨਾਟ। ਤੇ ਮੈਂ ਕਿਹਾ ਮੇਰੇ ਬੱਚੇ ਨੇ ਯੰਗ ਹੈ ਤੇ ਮੈਂ ਉਸ ਤੋਂ ਪਹਿਲਾਂ ਨਵਜੋਤ ਥੋੜਾ 2.5 ਸਾਲ ਪਹਿਲਾਂ ਮੈਂ ਆਪਣੇ ਕੰਮ ਦੇ ਸਿਲਸਿਲੇ ਵਿੱਚ 2.5 ਸਾਲ ਕੈਲਗਰੀ ਚਲਾ ਕੇ ਆਈ ਸੀਗੀ। ਮੈਂ ਪਰਿਵਾਰ ਤੋਂ ਬਿਨਾਂ ਰਹੀ ਸੀਗੀ ਉੱਥੇ, ਤੇ ਮੇਰੇ ਲਈ ਕਾਫੀ ਔਖਾ ਸਮਾਂ ਸੀ। ਮੈਂ ਤਦ ਅਜੇ ਨਵੀਂ ਵਾਪਿਸ ਹੀ ਆਈ ਸੀਗੀ ਉਦੋਂ, ਤੇ ਮੈਨੂੰ ਲੱਗਦਾ ਸੀਗਾ ਕਿ ਆਈ ਨੀਡ ਟਾਈਮ ਵਿਦ ਅ ਫੈਮਿਲੀ। ਮੈਂ ਕੋਈ ਵੀ ਐਵੇਂ ਦੀ ਚੀਜ਼ 'ਚ ਵੈਂਚਰ ਆਊਟ ਨਹੀਂ ਕਰਨਾ ਚਾਹੁੰਦੀ ਜਿਹਦੇ 'ਚ ਮੈਨੂੰ ਆਪਣੀ ਫੈਮਿਲੀ ਟਾਈਮ ਕੰਪਰੋਮਾਈਜ਼ ਕਰਨਾ ਪਵੇ। ਤੇ ਮੈਂ ਇਹੀ ਗੱਲ ਗੁਰਪ੍ਰੀਤ ਨੂੰ ਕਹੀ, ਮੈਂ ਕਿਹਾ ਇੱਕ ਤਾਂ ਮੈਨੂੰ ਪਤਾ ਨਹੀਂ ਕਿ ਮੈਂ ਬਿਲਕੁਲ ਨਿਊ ਫੇਸ ਹਾਂ, ਮੈਂ ਕਦੀ ਮੈਂ ਪਤਾ ਨਹੀਂ ਜਿੱਤੂੰਗੀ ਕਿ ਨਹੀਂ ਜਿੱਤੂੰਗੀ, ਕਿਉਂਕਿ ਪਹਿਲਾ ਸਵਾਲ ਤੁਹਾਡੇ 'ਚ ਇਹੀ ਆਉਂਦਾ ਸੈਲਫ ਡਾਊਟ ਹੁੰਦਾ ਕਿ ਮੈਂ ਜਿੱਤ ਪਾਉਂਗੀ, ਕਿਉਂਕਿ ਰਾਈਡਿੰਗ ਨਹੀਂ ਮੈਨੂੰ ਪਤਾ ਸੀ। ਤੇ ਉਹਨੇ ਮੈਨੂੰ ਕਿਹਾ ਕਿ ਉਹ ਤਾਂ ਫਿਰ ਦੈਨ ਇਟਸ ਈਵਨ ਬੈਟਰ, ਕਿ ਤੈਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿ ਤੂੰ ਜਿੱਤਣਾ ਹੈ ਕਿ ਨਹੀਂ ਜਿੱਤਣਾ। ਕਹਿੰਦਾ ਕਿ ਅੱਜ ਤੈਨੂੰ ਇਹ ਮੌਕਾ ਮਿਲ ਰਿਹਾ ਹੈ ਤੇ ਤੂੰ ਸੋਚਦੀ ਹੈ ਕਿ 5 ਸਾਲ ਬਾਅਦ ਮੇਰੇ ਖਿਆਲ ਮੈਂ ਰੈਡੀ ਹੋਊਂਗੀ, ਤੇ 5 ਸਾਲ ਬਾਅਦ ਤੇਰੇ ਕੋਲ ਮੌਕਾ ਹੋਏਗਾ ਕਿ ਨਹੀਂ ਹੋਏਗਾ ਯੂ ਡੋਂਟ ਨੋ, ਅੱਜ ਤੈਨੂੰ ਉਹ ਦੇ ਰਹੇ ਹੈ, 5 ਸਾਲ ਬਾਅਦ ਬੇਸ਼ੱਕ ਤੂੰ ਮੰਗੇਂਗੀ ਵੀ ਤਦ ਵੀ ਨਹੀਂ ਹੋਏਗਾ। ਤੇ ਹੀ ਵਾਸ ਦ ਵਨ ਹੂ ਰੀਅਲੀ ਇਨੀਸ਼ੀਅਲੀ ਕਨਵਿੰਸਡ ਮੀ। ਤਦ ਮੇਰੇ ਜਦ ਗੁਰਪ੍ਰੀਤ ਨੇ ਇੰਝ ਕਿਹਾ ਤੇ ਆਬਵੀਅਸਲੀ ਮਾਈ ਪੇਰੈਂਟਸ, ਜਦ ਮੈਂ ਉਹਨਾਂ ਨੂੰ ਪੁੱਛਿਆ ਤੇ ਦੇ ਵਰ ਵੈਰੀ ਪੋਜ਼ਿਟਿਵ ਅਬਾਊਟ ਇਟ। ਦੇ ਸੈਡ ਵਾਈ ਨਾਟ, ਕਿਉਂ ਆਪਣੇ ਆਪ ਨੂੰ ਅੰਡਰਮਾਈਨ ਕਰਨ ਦੀ ਕੀ ਲੋੜ ਹੈਗੀ ਹੈ, ਗਿਵ ਇਟ ਅ ਟਰਾਈ, ਯੂ ਡੋਂਟ ਹੈਵ ਟੂ ਵਰੀ ਕਿ ਤੂੰ ਜਿੱਤੇਂਗੀ ਕਿ ਨਹੀਂ ਜਿੱਤੇਂਗੀ। ਤੇ ਜਦ ਮੈਂ ਹਾਂ ਕੀਤੀ, ਮੈਂ ਇਹੀ ਸੋਚ ਕੇ ਕੀਤੀ ਕਿ ਇਟਸ ਐਨ ਐਕਸਪੀਰੀਅੰਸ ਫॉर ਮੀ, ਕਿ ਮੈਂ ਮੈਂ ਪੋਲੀਟੀਕਲ ਹੈਗੀ ਹਾਂ, ਆਈ ਐਮ ਟੇਕਿੰਗ ਵਨ ਐਕਸਟਰਾ ਸਟੈਪ ਫॉर ਇਟ। ਮੈਂ ਜਿੱਤਾਂਗੀ ਵੈਲ ਐਂਡ ਗੁੱਡ, ਨਹੀਂ ਜਿੱਤਾਂਗੀ ਤਾਂ ਫਾਈਨ ਜੀ। ਐਂਡ ਪਰ ਬਾਅਦ ਵਿੱਚ ਜਦ ਸਾਰਾ ਕਲੀਅਰ ਹੋ ਗਿਆ, ਉਸ ਤੋਂ ਥੋੜੀ ਦੇਰ ਬਾਅਦ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਹੜੀ ਰਾਈਡਿੰਗ ਹੋਏਗੀ। ਤੇ ਉਹ ਰਾਈਡਿੰਗ ਜਿਹੜੀ ਸੀਗੀ ਕਿ ਉਹ NDP ਦਾ ਬਹੁਤ ਜ਼ਿਆਦਾ ਸਟਰੋਂਗ ਹੋਲਡ ਹੈ, ਜਿਹੜਾ ਸਰੀ ਗ੍ਰੀਨ ਟਿੰਬਰਸ ਮੰਨਿਆ ਜਾਂਦਾ ਹੈ, ਬਹੁਤ ਵੈਟਰਨ MLA ਉੱਥੋਂ ਉੱਥੇ ਸੀਗੀ। ਤੇ ਉਸ ਵੈਟਰਨ MLA ਦੀ ਮੈਂ ਕਹੂੰਗੀ ਕਿ ਉਹਦੇ ਗੈਟਿੰਗ ਇਨ ਟੂ ਹਰ ਸ਼ੂਜ਼ ਵਾਜ਼ ਸਮਥਿੰਗ, ਇਟ ਵਾਜ਼ ਵੈਰੀ ਮੇਰੇ ਲਈ ਬਹੁਤ ਹੀ ਜਿਵੇਂ ਘਬਰਾਹਟ ਦੀ ਫੀਲਿੰਗ ਮੈਨੂੰ ਦੇ ਰਿਹਾ ਸੀਗਾ, ਕਿੱਥੇ ਉਹ ਕਿੱਥੇ ਮੈਂ, ਸੂ ਹੈਮਲ ਦੀ ਜੇ ਮੈਂ ਮੁਕਾਬਲਾ ਕਰਾਂ ਜਿਹੜੀ ਕਿ ਇੰਨੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਤੇ ਰਚਨਾ ਦਾ ਜੇ ਕੋਈ ਨਾਮ ਲਏਗਾ ਅੱਜ, ਤੇ ਰਚਨਾ ਨੂੰ ਤਾਂ ਕੋਈ ਜਾਣਦਾ ਨਹੀਂਗਾ। ਠੀਕ ਹੈ, ਮੈਂ ਰਚਨਾ ਜੀ ਤੁਸੀਂ ਇਹ ਬੜੀ ਇੰਟਰਸਟਿੰਗ ਕਹਾਣੀ ਸੁਣਾਈ ਕਿ ਕਿਵੇਂ ਤੁਹਾਨੂੰ ਇਹ ਆਫਰ ਆਈ, ਉਸ ਤੋਂ ਬਾਅਦ ਤੁਸੀਂ ਉਹਨੂੰ ਮਜ਼ਾਕ ਦੇ ਵਿੱਚ ਲੈ ਲਿਆ, ਹੈ ਨਾ, ਇਹ ਤਾਂ ਮਤਲਬ ਸੀਰੀਅਸਲੀ ਨਹੀਂ ਲਿਆ, ਲੇਕਿਨ ਤੁਹਾਡੀ ਆਪਣੀ ਹੀ ਕਹੋ ਜਿਹੜੀ ਸ਼ਕਤੀ ਆ, ਉਹਦਾ ਅਹਿਸਾਸ ਤੁਹਾਨੂੰ ਫੈਮਿਲੀ ਨੇ ਤੁਹਾਡੀ ਨੇ ਕਰਵਾਇਆ। ਬਿਲਕੁਲ, ਉਹ ਦੱਸਦੇ ਆ ਤੁਹਾਨੂੰ। ਅੱਛਾ, ਤੁਸੀਂ ਮੁੜ ਕੇ ਇਹ ਗੱਲ ਕਹਿ ਰਹੇ ਹੋ ਕਿ ਵੀ ਮੈਨੂੰ ਪਤਾ ਸੀ ਕਿ ਮੈਂ ਪੋਲੀਟੀਕਲ ਹਾਂ। ਮੈਂ ਇੱਕ ਤਾਂ ਇਹ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਇਹ ਕਹਿੰਦੇ ਕਿ ਮੈਂ ਪੋਲੀਟੀਕਲ ਹਾਂ, ਇਹਦਾ ਕੀ ਮੀਨਿੰਗ ਆ? 2 ਸਵਾਲ ਇਕੱਠੇ ਕਰੂੰਗੀ।
ਦੂਸਰੀ ਚੀਜ਼ ਇਹ ਆ ਕਿ ਅਕਸਰ ਇਹ ਆਪਾਂ ਜਿਸ ਕੰਟਰੀ ਤੋਂ ਆਏ ਹਾਂ ਉੱਥੇ ਕਿਹਾ ਜਾਂਦਾ ਕਿ ਪੋਲਿਟਿਕਸ ਗੰਦੀ ਗੇਮ ਹੈ। ਤੀਜੀ ਚੀਜ਼ ਇਹਦੇ ਨਾਲ ਜੁੜਦੀ ਇਹ ਹੈ ਕਿ ਜਦੋਂ ਔਰਤਾਂ ਪੋਲਿਟਿਕਸ ਦੇ ਨਾਲ ਜੁੜਦੀਆਂ ਹੈ ਨਾ, ਉਸ ਵੇਲੇ ਤਾਂ ਖਾਸ ਕਰਕੇ ਇਹ ਚੀਜ਼ ਕਹੀ ਜਾਂਦੀ ਹੈ ਕਿ ਨਹੀਂ ਇਹ ਕੰਮ ਔਖਾ ਹੈ। ਜੇ ਔਰਤ ਦੇ ਐਂਗਲ ਤੋਂ ਆਪਾਂ ਦੇਖਦੇ, ਜਿਵੇਂ ਤੁਸੀਂ ਕਿਹਾ ਕਿ ਵੀ ਫੈਮਿਲੀ ਦੀਆਂ ਜ਼ਿੰਮੇਵਾਰੀਆਂ ਜਾਂ ਹੋਰ ਬਹੁਤ ਸਾਰੇ ਕੰਮ ਹੈ, ਇੰਡੀਆ ਦੇ ਵਿੱਚ ਜਿਹੜਾ ਨਵਾਂ ਜਦੋਂ ਔਰਤਾਂ ਨੇ ਪੋਲਿਟਿਕਸ 'ਚ ਆਉਣਾ ਸ਼ੁਰੂ ਕੀਤਾ ਸੀ, ਉਹ ਹੁੰਦਾ ਇਹ ਸੀ ਕਿ ਔਰਤ ਜਿੱਤ ਜਾਂਦੀ ਸੀ, ਉਹ ਸੀਟ ਹੁੰਦੀ ਸੀ, ਚਾਹੇ ਸਰਪੰਚ ਦੀ ਹੀ ਸੀਟ ਹੁੰਦੀ ਸੀ ਜਾਂ MLA MP ਦੀ ਹੁੰਦੀ ਸੀ, ਤੇ ਉਹਦਾ ਜਿਹੜਾ ਸ਼ਕਤੀਆਂ ਸੀ ਉਹਦਾ ਇਸਤੇਮਾਲ ਉਹਦਾ ਹਸਬੈਂਡ ਕਰਦਾ ਸੀ ਜਾਂ ਉਹਦਾ ਬਾਪ ਕਰਦਾ ਸੀ। ਬਿਲਕੁਲ ਬਿਲਕੁਲ ਤੁਸੀਂ ਮੁੜ ਕੇ ਕਿਹਾ ਕਿ ਮੈਂ ਪੋਲੀਟੀਕਲ ਸੀ, ਮੈਨੂੰ ਸ਼ੁਰੂ ਤੋਂ ਪਤਾ ਸੀ, ਕੀ ਮਤਲਬ ਇਹਦਾ? ਜੀ ਬਿਲਕੁਲ, ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਮਾਣ ਹੈ ਕਿ ਜਿਵੇਂ ਦਾ ਮੈਨੂੰ ਪਰਿਵਾਰ ਦਾ ਐਟਮੋਸਫੇਅਰ ਮਿਲਿਆ ਕਿ ਮੈਂ ਬਹੁਤ ਜ਼ਿਆਦਾ, ਇੱਕ ਤਾਂ ਐਟਮੋਸਫੇਅਰ ਕਈ ਲੋਕਾਂ ਨੂੰ ਵੀ ਮਿਲਦਾ ਹੋਏਗਾ, ਪਰ ਮੇਰਾ ਰੁਝਾਨ ਪੋਲਿਟਿਕਸ ਵੱਲ ਬਹੁਤ ਜ਼ਿਆਦਾ ਸੀਗਾ। ਵੈਨ ਆਈ ਸੇ ਪੋਲਿਟਿਕਸ, ਆਈ ਵਾਜ਼ ਆਲਵੇਜ਼ ਇੰਟਰਸਟਿਡ ਟੂ ਨੋ ਕਿ ਜਦ ਵੀ ਕੋਈ ਸਰਕਾਰ ਆ ਰਹੀ ਹੈ ਤੇ ਕਿਵੇਂ ਦੇ ਫੈਸਲੇ ਕਰ ਰਹੀ ਹੈ, ਤੇ ਇਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿ ਉਹ ਪ੍ਰੋਗਰੈਸਿਵ ਸਰਕਾਰ ਹੈਗੀ ਹੈ ਕਿ ਨਹੀਂ, ਕਿਉਂਕਿ ਜਿਹੜੀਵੇਂ ਦੀ ਤੁਹਾਨੂੰ ਗਵਰਨੈਂਸ ਮਿਲੇਗੀ, ਇਟ ਰੀਅਲੀ ਡਿਪੈਂਡਸ ਫਰੋਮ ਕਿ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਕਿਵੇਂ ਦੀ ਹੈਗੀ ਹੈ। ਜਿਹੜੀਆਂ ਤੁਸੀਂ ਹਮੇਸ਼ਾ ਦੇਖੋਗੇ ਪ੍ਰੋਗਰੈਸਿਵ ਸਰਕਾਰਾਂ ਆਉਣਗੀਆਂ ਤਾਂ ਤੁਸੀਂ ਸੋਸ਼ਲ ਸਰਵਿਸਿਜ਼ ਵਿੱਚ ਦੇਖੋਗੇ ਕਿ ਵਾਧਾ ਹੋਏਗਾ, ਉਹਦੇ ਤੇ ਅਟੈਂਸ਼ਨ ਦਿੱਤੀ ਜਾਏਗੀ। ਜਦ ਕੰਜ਼ਰਵੇਟਿਵ ਸਰਕਾਰਾਂ ਆਉਣਗੀਆਂ ਉਹ ਇਕਨੋਮੀ ਦੀ ਗੱਲ ਕਰਨਗੀਆਂ, ਪਰ ਸਭ ਤੋਂ ਜ਼ਿਆਦਾ ਉਹ ਅਫੈਕਟ ਕਰਨਗੀਆਂ ਜੇ ਇਕਨੋਮਿਕ ਲੈਵਲ ਤੇ ਵੀ ਜਿਹੜਾ ਥੱਲਵਾਂ ਵਰਗ ਹੈ ਉਹਨਾਂ ਦੀ ਸਰਵਿਸਿਜ਼ ਨੂੰ ਘਟਾਉਣ ਵਿੱਚ, ਤੇ ਜਦ ਅਸੀਂ ਆਪਣੀ ਪ੍ਰੋਗਰੈਸਿਵ ਪਾਲਿਸੀਜ਼ ਹੈ ਉਹਦੇ ਤੇ ਵੀ ਕੰਪਰੋਮਾਈਜ਼ ਕਰਨ ਦੀ, ਬੇਸ਼ੱਕ ਉਹ ਇਮੀਗ੍ਰੇਸ਼ਨ ਦੀ ਪਾਲਿਸੀ ਹੈਗੀ ਹੈ ਜਾਂ ਉਹ ਹੈ ਕਿ ਘੱਟ ਗਿਣਤੀ ਲੋਕਾਂ ਨੂੰ ਕਿਵੇਂ ਦੇ ਹੱਕ ਦਿੱਤੇ ਜਾਣ, ਉਵੇਂ ਦੀਆਂ ਪਾਲਿਸੀਜ਼। ਸੋ ਦਿਸ ਥਿੰਗ ਆਈ ਥਿੰਕ ਆਈ ਵਾਜ਼ ਵੈਰੀ ਫੋਰਚੂਨੇਟ ਨਵਜੋਤ ਕਿ ਮੈਂ ਸ਼ੁਰੂ ਤੋਂ ਇਹਨਾਂ ਚੀਜ਼ਾਂ ਬਾਰੇ ਬਹੁਤ ਕਲੀਅਰ ਸੀਗੀ। ਜਦ ਮੈਂ ਕੈਨੇਡਾ ਵੀ ਆਈ ਮੈਨੂੰ ਕੋਈ 2 ਮਿੰਟ ਵੀ ਨਹੀਂ ਲੱਗੇ ਸੋਚਣ ਲਈ ਕਿ ਕਿਹੜੀ ਪਾਰਟੀ ਲਈ ਮੇਰਾ ਰੁਝਾਨ ਹੋਣਾ ਚਾਹੀਦਾ ਜੀ। NDP ਜਦੋਂ ਮੈਂ ਆਈ ਹਾਂ 2001 ਵਿੱਚ, ਉਹਦਾ ਹੁੰਜਾ ਫਿਰਿਆ ਹੋਇਆ ਸੀਗਾ, ਸਿਰਫ 2 ਸੀਟਾਂ ਸੀਗੀਆਂ ਉਸ ਟਾਈਮ ਤੇ। NDP ਦਾ ਮੈਂਬਰ ਮੇਰਾ ਜਦ ਮੈਂ ਬਣੀ ਆ ਪੂਰਾ ਸੋਚ ਸਮਝ ਕੇ ਬਣੀ ਸੀਗੀ, ਕਿਉਂਕਿ ਮੈਨੂੰ ਪਤਾ ਕਿ ਇਸ ਟਾਈਮ ਤੇ NDP ਨਹੀਂ ਹੈਗੀ ਹੈ, ਪਰ ਦੈਟਸ ਦ ਟਾਈਮ, ਇਟ ਇਜ਼ ਦ ਟਾਈਮ ਟੂ ਰਿਵਾਈਵ NDP, ਕਿਉਂਕਿ ਅਸੀਂ ਨਹੀਂ ਅਫੋਰਡ ਕਰ ਸਕਦੇ ਕਿ ਉਵੇਂ ਦੇ ਕੱਟਸ ਜਾਂ ਉਵੇਂ ਦੀਆਂ ਜੇ ਪਾਲਿਸੀਜ਼ ਜਿਹੜੀਆਂ ਕਿ ਦੂਜੀ ਸਰਕਾਰ ਲੈ ਕੇ ਆ ਰਹੀ ਸੀਗੀ। ਸੋ ਆਈ ਵਾਜ਼ ਵੈਰੀ ਆਈ ਐਮ ਵੈਰੀ ਪ੍ਰਾਊਡ ਟੂ ਸੇ ਦੈਟ ਆਈ ਐਮ ਵੈਰੀ ਪੋਲੀਟੀਕਲ, ਔਰ ਪੋਲੀਟੀਕਲ ਹੋਣਾ ਕੋਈ ਵੀ ਗਲਤ ਗੱਲ ਨਹੀਂ ਹੈ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੂੰਗੀ, ਸਪੈਸ਼ਲੀ ਔਰਤਾਂ ਨੂੰ ਦੱਸਣਾ ਚਾਹੂੰਗੀ, ਪੋਲਿਟਿਕਸ ਇਟਸੈਲਫ ਇਜ਼ ਨਾਟ ਡਰਟੀ। ਪੋਲਿਟਿਕਸ ਇਜ਼ ਅ ਵੰਡਰਫੁਲ ਫੀਲਡ ਜਿਹੜਾ ਕਿ ਤੁਹਾਨੂੰ ਬਹੁਤ ਜ਼ਿਆਦਾ, ਤੁਸੀਂ ਜੇ ਐਕਸਪਲੋਰ ਕਰੋ ਤੁਹਾਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਦਿੰਦਾ। ਪੋਲੀਟੀਕਲ ਜਿਹੜਾ ਮਾਹੌਲ ਹੈ ਉਹ ਲੋਕੀ ਖਰਾਬ ਕਰਦੇ ਆ। ਨਹੀਂ, ਜਦੋਂ ਅਕਸਰ ਇਹ ਚੀਜ਼ ਕਹੀ ਜਾਂਦੀ ਹੈ ਨਾ ਕਿ ਵੀ ਜਦੋਂ ਕੋਈ ਕਿਸੇ ਲਈ ਸਾਨੂੰ ਕੋਈ ਪੁੱਛਦਾ ਕਿ ਤੁਹਾਡਾ ਚੰਗਾ ਮਾੜਾ ਜਾਂ ਕੀ ਹੈ, ਤੁਸੀਂ ਆਪਣੇ ਆਪ ਨੂੰ ਚੰਗਾ ਦੱਸਣ ਦੇ ਲਈ ਜੋ ਇੱਕ ਸਾਡਾ ਬਣਿਆ ਹੋਇਆ ਇਹ ਭਰਮ ਜਿਹਾ ਕਹਿ ਲਓ ਕਿ ਅਸੀਂ ਕਹਿੰਦੇ ਬਾਕੀ ਸਭ ਠੀਕ ਹੈ, ਮੈਨੂੰ ਪੋਲਿਟਿਕਸ ਨਹੀਂ ਆਉਂਦੀ ਹੈ ਨਾ, ਮੈਂ ਪੋਲੀਟੀਕਲ ਨਹੀਂ ਹੋ ਸਕਦਾ ਜਾਂ ਪੋਲੀਟੀਕਲ ਨਹੀਂ ਹੋ ਸਕਦੀ, ਬਾਕੀ ਗੱਲਾਂ ਠੀਕ ਆ, ਇਹ ਮੇਰੇ ਵੱਸ ਦੀ ਗੇਮ ਨਹੀਂ ਹੈ। ਅਸੀਂ ਕਿਉਂਕਿ ਉਹਨੂੰ ਨੈਗੇਟਿਵ ਲੈ ਕੇ ਚੱਲਦੇ ਹਾਂ। ਬਿਲਕੁਲ ਬਿਲਕੁਲ, ਉਹ ਸਟੀਰੀਓਟਾਈਪਸ ਅਸੀਂ ਬਣਾਏ ਹੋਏ ਕਿ ਜਦ ਅਸੀਂ ਕਿਸੇ ਵੀ ਆਮ ਘਰਾਂ 'ਚ ਵੀ ਅਸੀਂ ਕਹਾਂਗੇ ਉਹ ਇੱਥੇ ਤਾਂ ਬਹੁਤ ਪੋਲਿਟਿਕਸ ਹੈਗੀ, ਰਾਈਟ। ਸੋ ਵੀ ਹੈਵ taken it in a very very negative connotation, ਅਸੀਂ ਲੈਂਦੇ ਹਾਂ ਪੋਲਿਟਿਕਸ ਨੂੰ, ਪਰ ਪੋਲਿਟਿਕਸ ਤੋਂ ਬਿਨਾਂ ਸਾਡੀ ਜ਼ਿੰਦਗੀ ਹੈ ਨਹੀਂ ਗੀ। everything is political, everything, even ਪਰ ਹੈ ਕਿ ਉਸ ਪੋਲਿਟਿਕਸ ਕਿਵੇਂ ਦੀ ਪੋਲਿਟਿਕਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਤੁਹਾਡੇ ਉੱਤੇ ਹੈ। ਯੂ ਵਾਂਟ ਇਟ ਟੂ ਬੀ ਅ ਪੋਜ਼ਿਟਿਵ ਪੋਲਿਟਿਕਸ, ਦੈਨ ਯੂ ਵਿਲ ਡੂ ਇਟ। ਜਦ ਲੋਕੀ ਬਹੁਤ ਜ਼ਿਆਦਾ ਕਹਿੰਦੇ ਨਾ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ, ਆਈ ਡੋਂਟ ਵਾਂਟ ਟੂ ਵੈਂਚਰ ਇਟ, ਜੇ ਉਹ ਡਰਟੀ ਗੇਮ ਹੈਗੀ ਹੈ ਤੇ ਕਿੰਨੇ ਠੀਕ ਕਰਨੀ ਹੈ ਉਹ। ਜੇ ਤੁਸੀਂ ਉਹ ਛੱਡ ਦਿੱਤੀ ਉਹ ਡਰਟੀ ਗੇਮ, ਜਾਂ ਤੁਹਾਨੂੰ ਲੱਗਦਾ ਹੈ ਕਿ ਕਰਪਸ਼ਨ ਹੈ, ਜਿਵੇਂ ਇੰਡੀਆ ਦੀ ਪੋਲਿਟਿਕਸ ਨੂੰ ਮੈਂ ਲੈ ਕੇ ਜ਼ਿਆਦਾ ਗੱਲ ਕਰੂੰਗੀ ਕਿਉਂਕਿ ਅਸੀਂ ਜ਼ਿਆਦਾ ਉਸ ਹਿਸਾਬ ਨਾਲ ਸੋਚਦੇ ਹਾਂ, ਕਿਉਂਕਿ ਉਹ ਦੈਟ ਇਜ਼ ਦ ਪੋਲਿਟਿਕਸ ਵੀ ਮੋਰ ਰਿਲੇਟ ਟੂ ਰਾਦਰ ਦੈਨ ਦ ਪੋਲਿਟਿਕਸ ਹੀਅਰ। ਐਂਡ ਇਹ ਪੋਲਿਟਿਕਸ ਉਨੀ ਜ਼ਿਆਦਾ ਜਿਹੜੀ ਇੱਥੋਂ ਦੀ ਪੋਲਿਟਿਕਸ ਹੈ, ਜਿਹੜੀ ਵੈਸਟ ਦੀ ਹੈ, ਸਪੈਸ਼ਲੀ ਮੈਂ ਕੈਨੇਡੀਅਨ ਪੋਲਿਟਿਕਸ ਨੂੰ ਕਹੂੰਗੀ, ਉਨੀ ਜ਼ਿਆਦਾ ਮੈਂ ਕਹੂੰ ਵਟ ਦ ਰਾਈਟ ਵਰਡ ਵੁੱਡ ਬੀ ਕਿ ਉਨੀ ਇੰਟਰਸਟਿੰਗ ਨਹੀਂ ਹੈਗੀ ਹੈ, ਕਿਉਂਕਿ ਉਵੇਂ ਦੀ ਕੰਟਰੋਵਰਸੀਜ਼ ਨਹੀਂ ਸਾਨੂੰ ਦੇਖਣ ਨੂੰ ਮਿਲ ਰਹੀਆਂ, ਉਵੇਂ ਦੀ ਕਰਪਸ਼ਨ ਨਹੀਂ ਦੇਖਣ ਨੂੰ ਮਿਲ ਰਹੀ ਹੈਗੀ, ਜਾਂ ਉਵੇਂ ਦਾ ਬਲੈਕ ਐਂਡ ਵਾਈਟ ਜਿਹੜਾ ਸਟਰਕਚਰ ਹੈ ਪੋਲਿਟਿਕਸ ਦਾ ਉਹ ਨਜ਼ਰ ਨਹੀਂ ਆਉਂਦਾ। ਜਦਕਿ ਇੰਡੀਆ ਦੀ ਪੋਲਿਟਿਕਸ 'ਚ ਵੀ ਨੋ ਦੈਟ ਕਿ ਇੱਕ ਔਰਤ ਲਈ ਓਨੈਸਟਲੀ ਆਪਣੇ ਬਲਬੂਤੇ 'ਤੇ ਸੀਟ ਲੈਣਾ ਇਟਸ ਨਾਟ ਇਵਨ ਪੋਸੀਬਲ। ਇਹ ਸਿਰਫ ਕੈਨੇਡਾ ਵਰਗੇ ਮੁਲਕ ਵਿੱਚ ਹੋ ਸਕਦਾ ਸੀਗਾ ਕਿ ਪਾਰਟੀ ਮੈਨੂੰ ਆਪ ਆ ਕੇ ਅਪਰੋਚ ਕਰਦੀ ਹੈ ਅਤੇ ਉਹ ਕਹਿੰਦੀ ਹੈ ਕਿ ਅਸੀਂ ਤੈਨੂੰ ਸੀਟ ਦੇਣਾ ਚਾਹੁੰਦੇ ਹਾਂ। ਉਸ ਰਾਈਡਿੰਗ ਦੀ ਜਿਹੜੀ ਕਿ ਉਹਨਾਂ ਦੀ ਆਪਣੀ ਬਹੁਤ ਸਟਰੋਂਗ ਹੋਲਡ ਹੈ, not just a token name, they wanted me really to win that seat. That means a lot for me, ਜਿਹੜੀ ਕਿ ਇੱਕ 16 ਸਾਲ ਤੱਕ, ਮੈਨੂੰ ਅਜੇ 16 ਸਾਲ ਹੋਏ ਸੀਗੇ ਕੈਨੇਡਾ ਨੂੰ ਆਪਣਾ ਮੁਲਕ ਬਣਾਏ ਨੂੰ ਜੀ। ਸੋ these things can only happen in Canada, ਪਰ ਹੈ ਕਿ ਉਹਦੇ ਨਾਲ ਵੀ ਜਦ ਅਸੀਂ ਪੋਲਿਟਿਕਸ ਵਿੱਚ ਜਾਂਦੇ ਹਾਂ ਜਾਂ ਉਹਦੇ 'ਚ ਜਿਹੜੀ ਚੇਂਜਸ ਹੈ
ਮੇਰੀ ਆਵਾਜ਼ ਮਾਇਨਾ ਰੱਖਦੀ ਹੈ। ਇਹ ਮੈਨੂੰ ਪਤਾ ਚੱਲਦਾ ਜਦ ਮੈਂ ਉੱਥੇ ਗਈ ਹਾਂ। ਮੈਨੂੰ ਪਤਾ ਹੈ ਕਿ ਬੇਸ਼ੱਕ ਇੱਕ ਕੜੀ ਦਾ ਛੋਟਾ ਜਿਹਾ ਹਿੱਸਾ ਮੈਂ ਇੱਕ MLA ਹੈਗੀ ਹਾਂ, ਆਈ ਐਮ ਨਾਟ ਇਨ ਦ ਕੈਬਨਿਟ ਜੀ, ਇੱਕ ਛੋਟਾ ਜਿਹਾ ਹਿੱਸਾ, ਪਰ ਇੱਕ ਪਲੈਟਫਾਰਮ ਜਿਹੜਾ ਮੈਨੂੰ ਮਿਲਿਆ ਹੋਇਆ ਹੈ, ਇਟਸ ਅ ਪਲੈਟਫਾਰਮ ਆਫ ਪ੍ਰਿਵਿਲੇਜ, ਜਿਹਦੇ ਵਿੱਚ ਮੈਂ ਚੇਂਜਸ ਲੈ ਕੇ ਆ ਸਕਦੀ ਹਾਂ। ਉਹ ਚੇਂਜਸ ਮੇਰੀ ਆਪਣੀ ਇੱਛਾ ਹੋਏਗੀ ਕਿ ਮੈਂ ਕਿਵੇਂ ਦੀ ਲਿਆਉਣੀ ਚਾਹੁੰਦੀ ਹਾਂ, ਮੈਂ ਕਿਵੇਂ ਦੀ ਲੌਬੀ ਨੂੰ ਅੱਗੇ ਲਿਆਉਣਾ ਚਾਹੂੰਗੀ। ਜਾਂ ਤਾਂ ਮੈਂ ਪੈਸੇ ਵਾਲੇ ਲੋਕੀ ਵੀ ਹੈਗੇ ਹੈ ਹੂ ਵਿਲ ਲੌਬੀ ਵਿਦ ਯੂ, ਹੂ ਵਾਂਟ ਦੇਅਰ ਥਿੰਗਸ, ਬਿਜ਼ਨਸ ਵਾਲੇ ਲੋਕੀ, ਜਾਂ ਮੈਂ ਕਿ ਮੇਰਾ ਕੀ ਮਕਸਦ ਹੈ ਕਿ ਮੈਂ ਮਾਰਜਨਲਾਈਜ਼ਡ ਕਮਿਊਨਿਟੀਜ਼ ਨੂੰ ਉੱਤੇ ਲੈ ਕੇ ਆਵਾਂ, ਉਹਨਾਂ ਦੀ ਆਵਾਜ਼ ਬਣ ਕੇ ਕਾਕਸ ਵਿੱਚ ਬੋਲਾਂ ਤੇ ਲੈਜਿਸਲੇਚਰ ਵਿੱਚ ਬੋਲਾਂ। ਓਕੇ ਰਚਨਾ ਜੀ, ਸਭ ਤੋਂ ਪਹਿਲਾਂ ਇਹ ਸੀ ਸੈਲਫ ਡਾਊਟ ਤੁਹਾਡੇ ਮਨ ਦੇ ਵਿੱਚ ਆਇਆ, ਉਸ ਤੋਂ ਬਾਅਦ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਵੀ ਹਾਂ ਪੋਲੀਟਿਕਸ ਦੀ ਮੈਨੂੰ ਸਮਝ ਹੈਗੀ ਆ ਜਾਂ ਮੈਂ ਇਹ ਵੈਂਚਰ ਜਿਹੜਾ ਉਹ ਕਰ ਸਕਦੀ ਹਾਂ। 3 ਸਾਲ ਹੋ ਗਏ ਹੈ ਨਾ? 3 ਸਾਲ ਦਾ ਸਮਾਂ ਹੋ ਗਿਆ। ਕੁੱਲ ਮਿਲਾ ਕੇ ਕਿਹੋ ਜਿਹਾ ਤਜਰਬਾ ਰਿਹਾ ਇਹਨਾਂ 3 ਸਾਲਾਂ ਦੇ ਵਿੱਚ? ਤੁਸੀਂ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰ ਰਹੇ ਹੋ ਜਿੱਥੋਂ ਸ਼ੁਰੂ ਕੀਤਾ ਸੀ ਤੇ ਅੱਜ ਜਿੱਥੇ ਖੜੇ ਹੋ? ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ 3 ਸਾਲ ਬਾਅਦ। ਇੱਕ ਤਾਂ ਹੈ ਕਿ ਲੋਕਾਂ ਨੂੰ, ਜਦ ਮੈਂ ਆਈ ਸੀਗੀ ਨਵਜੋਤ, ਔਰ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਲੋਕੀ ਮੈਨੂੰ ਜਾਣਦੇ ਨਹੀਂ ਸੀਗੇ, ਔਰ ਉਹਨਾਂ ਦਾ ਇਗਨੋਰੈਂਸ ਸੀਗੀ ਕਿ ਉਹ ਕਹਿੰਦੇ ਸੀ ਕਿ ਇਹਨੂੰ ਤਾਂ ਜੀ ਗੁਰਪ੍ਰੀਤ ਕਰਕੇ ਸੀਟ ਮਿਲ ਗਈ, ਜਾਂ ਪਾਰਟੀ ਦੇ ਕਈ ਬੰਦਿਆਂ ਨੇ ਫੇਵਰ ਕੀਤੀ ਹੈ ਕਿਸੇ ਤਰ੍ਹਾਂ ਨੂੰ। ਤੇ ਮੈਂ ਬਾਰ-ਬਾਰ ਕਹਿੰਦੀ ਸੀਗੀ ਜੇ ਉਹ ਗੁਰਪ੍ਰੀਤ ਨੂੰ ਕੋਈ ਫੇਵਰ ਕਰਨਾ ਚਾਹ ਰਹੇ ਸੀ ਤਾਂ ਉਹ ਗੁਰਪ੍ਰੀਤ ਨੂੰ ਸੀਟ ਦੇ ਦਿੰਦੇ, ਹੈ ਨਾ, ਕਿ ਉਹਨਾਂ ਨੂੰ ਉਹਦੀ ਬੀਵੀ ਨੂੰ ਫੇਵਰ ਕਰਨ ਦੀ ਕੋਈ ਲੋੜ ਨਹੀਂ ਸੀਗੀ। ਗੁਰਪ੍ਰੀਤ ਨੇ ਹਮੇਸ਼ਾ ਤੋਂ ਕਦੀ ਵੀ ਅਲਾਈਨਡ ਨਹੀਂ ਸੀਗਾ NDP ਦੇ ਨਾਲ, ਉਹ ਕਦੀ ਮੈਂਬਰ ਨਹੀਂ ਸੀਗਾ NDP ਦਾ, ਤੇ ਉਹਨੇ ਗੁਰਪ੍ਰੀਤ ਨੂੰ ਸੀਟ ਦੇਣ ਦਾ ਤਾਂ ਹੀ ਉਹਨਾਂ ਨੇ ਸੋਚਿਆ ਨਹੀਂ ਕਿ ਗੁਰਪ੍ਰੀਤ ਨੂੰ ਸੀਟ ਦਿੱਤੀ ਜਾਵੇ, ਜਾਂ ਗੁਰਪ੍ਰੀਤ ਨੇ ਕਦੀ ਵੋਲੰਟੀਅਰ ਉਸ ਲੈਵਲ ਤੇ ਨਹੀਂ ਕੀਤਾ ਸੀਗਾ। ਮੈਨੂੰ ਸਿਰਫ ਖੁਸ਼ੀ ਹੈ ਜਿਹੜੀ 3 ਸਾਲਾਂ ਦੇ ਵਿੱਚ, ਇੱਕ ਤਾਂ ਹੈ ਕਿ ਮੈਂ ਆਪਣਾ ਇੱਕ ਨਾਮ ਦੱਸ ਸਕੀ ਹਾਂ। ਜਦ ਮੈਂ ਆਈ ਤੇ ਲੋਕਾਂ ਨੂੰ ਲੱਗਦਾ ਸੀ ਤੁਸੀਂ ਜਿੱਤ ਸਕਦੇ ਹੋ ਕਿਉਂਕਿ ਇੱਕ ਸਟਰੋਂਗ ਰਾਈਡਿੰਗ 'ਚ ਤੁਸੀਂ ਹੈਗੇ ਹੋ, ਤੁਸੀਂ ਪਰ ਕੰਮ ਤੁਸੀਂ ਆਪ ਹੀ ਕਰਨਾ, ਕਿਸੇ ਨੇ ਜਾ ਕੇ ਮੇਰੇ ਬਿਹਾਫ ਤੇ ਕੰਮ ਨਹੀਂ ਕਰਨਾ, ਮੇਰੇ ਬਿਹਾਫ ਤੇ ਜਿਹੜੇ ਮਸਲੇ ਉਹ ਨਹੀਂ ਚੱਕਣੇ ਹੈਗੇ, ਉਹ ਮੇਰੀ ਆਪਣੀ ਪੋਲੀਟੀਕਲ ਸੋਚ ਹੈਗੀ ਹੈ। ਐਂਡ ਔਰ ਮੈਨੂੰ ਖੁਸ਼ੀ ਹੈ ਕਿ ਪਿਛਲੇ 3 ਸਾਲਾਂ ਵਿੱਚੋਂ ਜਿਹੜੇ ਵੀ ਮੈਂ ਮਸਲੇ ਲੈ ਕੇ ਆ ਸਕੀ ਹਾਂ, ਜਿਹੜੀਆਂ ਆਵਾਜ਼ਾਂ ਨੂੰ ਮੈਂ ਬੁਲੰਦ ਕਰ ਸਕੀ ਹਾਂ ਜਾਂ ਲੋਕਾਂ ਨੂੰ ਮੈਂਟਰ ਕਰ ਸਕੀ ਹਾਂ, ਪੀਪਲ ਨਾਓ ਸੀ ਮੀ ਐਂਡ ਦੇ ਨੋ ਸ਼ੀ ਇਜ਼ ਰਚਨਾ ਸਿੰਘ। ਹੁਣ ਰਚਨਾ ਸਿੰਘ ਅੱਛਾ, ਮੁੜ ਕੇ ਗੁਰਪ੍ਰੀਤ ਸਿੰਘ ਉਹਨਾਂ ਦਾ ਨਾਮ ਆ ਰਿਹਾ, ਆਉਣਾ ਲਾਜ਼ਮੀ ਵੀ ਹੈ, ਬੇਸ਼ੱਕ ਰਚਨਾ ਸਿੰਘ ਹੈ। ਗੁਰਪ੍ਰੀਤ ਹੁਣੀ ਜਿਸ ਪ੍ਰੋਫੈਸ਼ਨ ਦੇ ਵਿੱਚ ਹੈ ਉਹਦੇ ਵਿੱਚ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ, ਪਹਿਲੀ ਸ਼ਰਤ ਹੈ, ਤੇ ਉਹ ਵੈਸੇ ਇਸ ਗੱਲ ਲਈ ਮੰਨੇ ਵੀ ਜਾਂਦੇ ਹੈਗੇ ਆ। ਪਰ ਦੂਸਰੇ ਪਾਸੇ ਤਿੱਖੇ ਜਰਨਲਿਸਟ ਵੀ ਹੈਗੇ ਆ, ਇਸ ਗੱਲ ਕਰਕੇ ਵੀ ਉਹਨਾਂ ਦੀ ਪਹਿਚਾਣ ਹੈ। ਹੁਣ ਤੁਹਾਡਾ ਜੋ ਸਿਚੁਏਸ਼ਨ ਆ, ਤੁਸੀਂ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਆ, ਨੈਚੁਰਲੀ ਤੁਸੀਂ ਉਸ ਪਾਰਟੀ ਦੇ ਪੱਖ ਦੇ ਵਿੱਚ ਹੋ। ਗੁਰਪ੍ਰੀਤ ਹੁਣਾਂ ਦਾ ਪ੍ਰੋਫੈਸ਼ਨ ਆ ਉਹ ਨਿਰਪੱਖ ਹੈਗੀ ਆ, ਰਹਿੰਦੇ ਤੁਸੀਂ ਇੱਕ ਥਾਂ ਹੋ, ਠੀਕ ਹੈ। ਕਦੇ ਕੌਨਫਲਿਕਟ ਹੁੰਦਾ ਇਸ ਮਾਮਲੇ ਤੇ? ਮੈਨੂੰ ਸੱਚੀ ਓਨੈਸਟਲੀ ਦੱਸੋ। ਬਿਲਕੁਲ ਹੁੰਦਾ ਐਂਡ ਪਰ ਅਸੀਂ ਕੌਨਫਲਿਕਟ ਨੂੰ ਬਹੁਤ, ਮੈਂ ਇੱਕ ਗੱਲ ਕੀਤੀ ਹੋਈ ਹੈ ਕਿ ਮੈਂ ਉਹਦੇ ਕੰਮ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ। ਉਹਦਾ ਪੈਸ਼ਨ ਹੈਗਾ ਕਈ ਚੀਜ਼ਾਂ ਲਈ ਜਿਹੜੀਆਂ ਬਹੁਤ ਅਨਕੰਫਰਟੇਬਲ ਹੈ, ਆਮ ਲੋਕੀ ਗੱਲ ਵੀ ਨਹੀਂ ਕਰਦੇ। ਐਜ਼ ਅ ਪੋਲੀਟੀਸ਼ੀਅਨ ਮੇਰੇ ਲਈ ਵੀ ਉਹ ਹੋ ਸਕਦਾ ਪੈਸ਼ਨ ਕਿਤੇ ਹੋਵੇ, ਪਰ ਐਜ਼ ਅ ਪੋਲੀਟਿਕਸ ਮੈਂ ਕਿਤੇ ਓਪਨਲੀ ਉਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕਰੂੰਗੀ। ਪਰ ਮੈਂ ਉਹਨੂੰ ਸਿਰਫ ਇਹ ਕਿਹਾ ਕਿ ਡੋਂਟ ਐਜ਼ ਅ ਪੋਲੀਟੀਸ਼ੀਅਨ ਮੈਨੂੰ ਕਿਸੇ ਵੀ ਐਵੇਂ ਦੀ ਸਿਚੁਏਸ਼ਨ 'ਚ ਨਾ ਪਾ ਜਿਹੜੀ ਕਿ ਮੇਰੇ ਲਈ ਅੰਬੈਰਸਿੰਗ ਹੋ ਜਾਵੇ। ਅੰਬੈਰਸਿੰਗ ਵੈਨ ਆਈ ਸੇ ਕਿ ਜਦ ਤੂੰ ਸਿੱਧਾ ਗੁਰਪ੍ਰੀਤ ਕੁਐਸਚਨ ਕਰ ਦਿੰਦਾ, ਐਜ਼ ਅ ਜਰਨਲਿਸਟ ਹੀ ਹੈਜ਼ ਰਾਈਟ ਟੂ ਕੁਐਸਚਨ ਐਨੀਥਿੰਗ, ਪਰ ਜਦੋਂ ਮੇਰੇ ਕਿਸੇ ਕੁਲੀਗ ਨੂੰ ਨਾਮ ਲੈ ਕੇ ਕੁਐਸਚਨ ਕਰਦਾ, ਆਈ ਥਿੰਕ ਉਹ ਮੇਰੇ ਲਈ ਥੋੜੀ ਜਿਹੀ ਅਨਕੰਫਰਟੇਬਲ ਹੈ। ਹਾਲਾਂਕਿ ਕਿਸੇ ਕੁਲੀਗ ਨੇ ਆ ਕੇ ਮੈਨੂੰ ਨਹੀਂ ਕਿਹਾ ਕਿ ਹਾਊ ਡਿਡ ਗੁਰਪ੍ਰੀਤ ਡੂ ਦਿਸ, ਰਾਈਟ, ਪਰ ਮੈਨੂੰ ਜਦੋਂ ਮੈਂ ਕਦੀ ਉਹ ਪੋਸਟ ਉਹਦੀ ਦੇਖਾਂਗੀ ਜਾਂ ਕੁਝ ਦੇਖਾਂਗੀ, ਔਰ ਯੂਜਲੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਹੋਏਗਾ ਉਹ ਕਮੈਂਟ, ਤੇ ਮੈਨੂੰ ਜਦੋਂ ਮੈਂ ਖੁਦ ਦੇਖਦੀ ਹਾਂ ਤੇ ਵੀ ਡੈਫੀਨੇਟਲੀ ਡੂ ਹੈਵ ਆਰਗੂਮੈਂਟਸ ਅਬਾਊਟ ਇਟ, ਐਂਡ ਉਹਦਾ ਆਪਣਾ ਤਰਕ ਹੁੰਦਾ। ਤੇ ਮੈਂ ਉਹਨੂੰ ਕਿਹਾ ਕਿ ਤੂੰ ਇਸ਼ੂ ਦੇ ਉੱਤੇ ਜ਼ਰੂਰ ਅਟੈਕ ਕਰ ਸਕਦਾ, ਪਰ ਇਹਨੂੰ ਕਿਸੇ ਇੱਕ ਮੇਰੇ ਖਾਸ ਕੁਲੀਗ ਦਾ ਨਾਮ ਲੈ ਕੇ ਜਦ ਤੂੰ ਲੈਂਦਾ ਤੇ ਇਟ ਬਿਕਮਸ ਰੀਅਲੀ ਡਿਫਿਕਲਟ ਫॉर। ਪਰ ਤੁਸੀਂ ਕੋਈ ਨਾ ਪਰਸਨਲੀ ਲੈ ਲੈਂਦੇ ਹੋ ਇਸ ਚੀਜ਼ ਨੂੰ? ਸ਼ਾਇਦ ਮੈਨੂੰ ਨਹੀਂ ਲੈਣਾ ਚਾਹੀਦਾ ਨਵਜੋਤ, ਪਰ ਤੁਸੀਂ ਕਿਉਂ ਪਰਸਨਲੀ ਲੈਂਦੇ ਹੋ? ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਆਲਦੋ ਹੀ ਇਜ਼ ਅ ਜਰਨਲਿਸਟ, ਕਿਤੇ ਨਾ ਕਿਤੇ ਲੋਕੀ ਇਹ ਕਹਿਣਗੇ ਕਿ ਬੀਇੰਗ ਇਨ ਪੋਲਿਟਿਕਸ ਆਈ ਐਮ ਟ੍ਰੀਟਿੰਗ ਅ ਵੈਰੀ ਡੈਲੀਕੇਟ ਪਾਥ, ਕਿ ਮੈਨੂੰ ਕੋਈ ਬੰਦਾ, ਕੋਈ ਵੀ ਜਿਹੜਾ ਮੇਰਾ ਕੁਲੀਗ ਹੈ ਕਿਤੇ ਇਹ ਨਾ ਸੋਚੇ ਕਿ ਉਹਦੇ ਤੇ ਅਨਡਿਊ ਅਟੈਕ ਹੋ ਰਿਹਾ ਹੈਗਾ। ਜਦ ਕਿ ਗੁਰਪ੍ਰੀਤ ਜਦ ਆਪਣੇ ਸ਼ੋਅ ਤੇ ਜਦ ਵੀ ਕੋਈ ਕੁਐਸਚਨ ਕਰਦਾ ਹੈ, ਜਦ ਉਹਦੇ ਆਉਂਦੇ ਹੈਗੇ ਕਈ ਮਿਨਿਸਟਰਸ ਆਉਂਦੇ ਹੈ, ਆਈ ਨੈਵਰ ਇਵਨ ਬੋਦਰ ਵਟ ਹੀ ਇਜ਼ ਡੂਇੰਗ,
ਟੂ ਦੈਮ ਔਨ ਦ ਸ਼ੋਜ਼। ਉਦੋਂ ਪੂਰਾ ਹੱਕ ਹੈ ਕਿ ਉਹ ਕਿਵੇਂ ਦੇ ਸਵਾਲ ਉਹਨਾਂ ਨੂੰ ਪੁੱਛਦਾ, ਤਿੱਖੇ ਸਵਾਲ ਵੀ ਉਹ ਕਰਦਾ ਹੈ। ਔਰ ਕਈ ਵਾਰ ਮੈਨੂੰ ਕਈ ਮਿਨਿਸਟਰਸ ਨੇ ਕਿਹਾ ਹੈ ਕਿ ਅੱਜ ਵੀ ਵਰ ਔਨ ਦਿਸ ਰੇਡੀਓ ਕਾਫੀ ਤਿੱਖੇ, ਕਈਆਂ ਨੂੰ ਪਤਾ ਹੁੰਦਾ ਕਿ ਉਹ ਮੇਰਾ ਪਤੀ ਹੈ, ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਪਤੀ ਹੈ। ਤੇ ਗੁਰਪ੍ਰੀਤ, ਤੁਹਾਨੂੰ ਕਦੇ ਤਿੱਖੇ ਸਵਾਲ ਕੀਤੇ? ਕਦੇ ਉਹਨਾਂ ਨੇ ਐਜ਼ ਅ ਜਰਨਲਿਸਟ ਤੁਹਾਨੂੰ ਬੁਲਾਇਆ? ਉਹਨੇ ਮੈਨੂੰ ਕਦੇ ਇੰਟਰਵਿਊ ਨਹੀਂ ਕੀਤਾ, ਕਦੇ ਮੈਨੂੰ ਇੰਟਰਵਿਊ ਨਹੀਂ ਕੀਤਾ। ਔਰ ਉਹਨੇ ਮੈਂ ਬਹੁਤ ਵਾਰ ਉਹਦੇ ਰੇਡੀਓ ਤੇ ਗਈ ਹਾਂ, ਬਹੁਤ ਵਾਰ, ਪਰ ਜਦ ਵੀ ਮੈਂ ਉਹਦੇ ਰੇਡੀਓ ਤੇ ਗਈ ਹਾਂ ਇਟ ਇਜ਼ ਉਹਦੇ ਕੁਲੀਗਸ ਹੈ ਜਿਹੜੇ ਮੈਨੂੰ ਕੁਐਸਚਨ ਕਰ ਰਹੇ ਹੈ, ਉਹਨੇ ਬਿਲਕੁਲ, ਕਿਉਂਕਿ ਉਹਨੂੰ ਲੱਗਦਾ ਕਿਤੇ ਕੌਨਫਲਿਕਟ ਆਫ ਇੰਟਰਸਟ ਹੈਗਾ ਇਹਦੇ ਵਿੱਚ, ਕਿ ਔਰ ਹੀ ਇਜ਼ ਨੈਵਰ ਕੁਐਸਚਨਡ ਮੀ ਐਵਰ। ਪਰ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਐਕਸਪੈਕਟ ਜ਼ਰੂਰ ਕਰਦੇ ਹੋਣਗੇ ਕਿ ਗੁਰਪ੍ਰੀਤ ਨੂੰ, ਰਚਨਾ ਨੂੰ ਵੀ ਸਵਾਲ ਕਰਨੇ ਚਾਹੀਦੇ ਆ, ਤਿੱਖੇ ਸਵਾਲ ਕਰਨੇ ਚਾਹੀਦੇ ਆ। ਲੈਟਸ ਸੀ, ਮੇਬੀ ਵਨ ਡੇ ਵੀ ਵਿਲ ਡੂ ਅ ਸ਼ੋ ਟੁਗੇਦਰ ਹੇਅਰ, ਮੇਬੀ ਵਿਦ ਯੂ, ਉਹ ਮੈਨੂੰ ਸਵਾਲ ਕਰ ਸਕੇ। ਬਿਲਕੁਲ, ਜ਼ਰੂਰ। ਅੱਜ ਇਸ ਪਲੇਟਫਾਰਮ 'ਤੇ ਗੱਲਾਂ ਚੱਲ ਰਹੀਆਂ ਨੇ ਰਚਨਾ ਸਿੰਘ ਉਹਨਾਂ ਦੇ ਨਾਲ, ਜਿਹੜੇ ਸਰੀ ਗ੍ਰੀਨ ਟਿੰਬਰ ਏਰੀਆ ਦੇ MLA ਨੇ NDP ਤੋਂ। ਇਹਨਾਂ ਦੇ ਨਾਲ ਕੁਝ ਪਰਸਨਲ ਗੱਲਾਂ ਵੀ ਕਰਨੀਆਂ ਨੇ। ਹੁਣ ਤੱਕ ਜਿਹੜੀ ਗੱਲਬਾਤ ਹੋਈ ਹੈ ਇਹ ਸਿਰਫ ਇੱਥੇ ਤੱਕ ਹੋਈ ਹੈ ਕਿ ਇਹਨਾਂ ਦੀ ਇਹ ਜਰਨੀ, ਯਾਨੀ ਇਹ ਪੋਲੀਟਿਕਸ ਦੇ ਵਿੱਚ ਕਿਵੇਂ ਆਏ। ਕੁਝ ਗੱਲਾਂ ਇਹਨਾਂ ਦੇ ਆਪਣੇ ਪਰਸਨਲ ਲੈਵਲ 'ਤੇ ਅਤੇ ਇਹਨਾਂ ਦੇ ਪਰਿਵਾਰ ਬਾਰੇ ਹੋਣਗੀਆਂ ਅਗਲੇ ਹਿੱਸੇ ਦੇ ਵਿੱਚ। ਸੋ ਅਗਲਾ ਹਿੱਸਾ ਜ਼ਰੂਰ ਸੁਣਨਾ ਇੱਕ ਬ੍ਰੇਕ ਤੋਂ ਬਾਅਦ।